गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो आपां गुरबाणी गुरु विच सतगुरु उपदेश दे रहे, उन्हां दी किरपा द्वारा सतगुरां दी आपां ये जो उपदेश सानूं दे रहे, इहदे ते आपां विचार करते हैं। जो आपां पिछले कुछ दिनां तो धन धन श्री गुरु अर्जन देव जी महाराज उन्हां दी उचारण कीती हुई बाणी सुखमनी साहिब ते विचार कर रहे हैं। कल आपां तीजी अष्टपदी दे विचार कर रहे सी। तीनों पदियां तक आपां विचार कीती सी। इस तो अगे हुण चौथे पदी विच जो महाराज सानूं उपदेश दे रहे, जो सानूं समझा रहे, रमाउंदे ने बहुत सियाणप जमका भौ व्यापे अनक जतन कर तृष्ण नानत रापे। महाराज कहते भी ये संसार दे विच जीव आपदी किन्नी भी सियाणप वरत लवे, किन्ना भी सियाणा हो जी, किन्ना भी आपदे आप नूं चतुर बुद्धि वाला हो जी, पर फिर भी जिहड़ा जमां दा भै, जमां दा डर इहदे अंदरों खत्म नहीं हुंदा। किन्ने भी संसार दे विच होर यतन कर ले, इहदे अंदर जिहड़ी तृष्णा, ये तृष्णा बुझदी नहीं है, मन जिहड़ा रजदा नहीं है। हुण महाराज फिर सानूं समझाउंदे भी ये साडा जमां दा भौ किवें खत्म होवे, डर। ये जिहड़ी तृष्णा सानूं लगी है, तृष्णा किवें बुझे, किवें साडा मन रजे। संसार दे विच तां ये होर किसी वस्तु नाल रजदा नहीं, ना ये जीव की तृष्णा खत्म होवे, ना ये जमां दा डर खत्म होवे। उहदे वास्ते फिर आपां ये सत्संगत करदे हां, गुरु की मत लैण वास्ते आपां ये सिमरन अभ्यास करदे हां। गुरु की मत लैण वास्ते
ਤੇ ਆਪਣੀ ਸਿਆਣਪ ਆਪਣੀ ਮੱਤ ਹੈ ਜਿਹੜੀ ਇਹ ਛੱਡਣ ਵਾਸਤੇ, ਕਿਉਂਕਿ ਆਪਦੀ ਮੱਤ ਦੁਆਰਾ ਅਸੀਂ ਕਿੰਨੇ ਵੀ ਸਿਆਣੇ ਹੋ ਜਾਈਏ, ਸਾਡੀ ਇਹ ਸਿਆਣਪ ਸਾਨੂੰ ਦੁੱਖ ਤਾਂ ਦੇ ਸਕਦੀ, ਅਸੀਂ ਦੁਖੀ ਤਾਂ ਹੋ ਸਕਦੇ ਹਾਂ, ਅਸੀਂ ਸੁਖੀ ਨਹੀਂ ਹੋ ਸਕਦੇ। ਤਾਈਓ ਫਿਰ ਸਾਨੂੰ ਸਮਝਾਉਂਦੇ ਬਈ ਜੇ ਤੁਸੀਂ ਗੁਰੂ ਦੀ ਮੱਤ ਲੈਣੀ, ਸੁੱਖ ਲੈਣਾ, ਤੇ ਆਪਦੀ ਮੱਤ ਹੈ ਜਿਹੜੀ ਇਹਨੂੰ ਛੱਡ ਦਿਓ। ਮਾਰੇ ਫਰਮਾਉਂਦੇ ਤਜੋ ਸਿਆਣਪ ਸੁਰਜਨੋ, ਬਈ ਆਪਦੀ ਜਿਹੜੀ ਸਿਆਣਪ ਇਹਨੂੰ ਛੱਡ ਦਿਓ, ਇਹਨੂੰ ਤਜ ਦਿਓ, ਤੇ ਆਪਣੀ ਮੱਤ ਹੈ ਜਿਹੜੀ ਇਸ ਨੂੰ ਛੱਡੋ, ਤਾਂ ਕਿ ਸਾਨੂੰ ਇਹ ਗੁਰੂ ਦੀ ਮੱਤ ਆ ਗਈ। ਮਾਰੇ ਕਹਿੰਦੇ ਮਨ ਕੀ ਮੱਤ ਤੇ ਆਗੋ ਹਰਜਨ, ਵੀ ਆਪਦੀ ਮੱਤ ਹੈ ਜਿਹੜੀ ਇਹਨੂੰ ਛੱਡ ਦਿਓ, ਆਪਦੀ ਸਿਆਣਪ ਨੂੰ ਛੱਡ ਦਿਓ। ਹੁਣ ਸਤਿਗੁਰੂ ਕਹਿੰਦੇ ਵੀ ਆਪਦੀਆਂ ਸਿਆਣਪਾਂ ਦੁਆਰਾ ਨਾ ਇਹ ਸਾਡਾ ਭਉ ਖਤਮ ਹੋਵੇ ਡਰ, ਨਾ ਸਾਡੀ ਇਹ ਤ੍ਰਿਸ਼ਨਾ ਬੁਝੇ। ਫੇਰ ਮਹਾਰਾਜ ਅੱਗੇ ਦੱਸਦੇ ਭੇਖ ਅਨੇਕ ਅਗਨ ਨਹੀਂ ਬੂਝੇ, ਓਟ ਭਾਵ ਦਰਗੇ ਨਹੀਂ ਸੀਜੇ। ਮਹਾਰਾਜ ਕਹਿੰਦੇ ਅਨੇਕਾਂ ਹੀ ਜੀਵ ਭੇਖ ਕਰ ਲਵੇ, ਬਾਹਰੀ ਲਿਬਾਸ ਵਧੀਆ ਪਾ ਲਵੇ ਗੁਰਮੁਖਾਂ ਵਾਲਾ, ਸੰਸਾਰ ਦੇ ਵਿੱਚ ਜੀਵ ਦੀ ਬੜੀ ਵਡਿਆਈ ਹੋਵੇ, ਬਾਹਰੀ ਲਿਬਾਸ ਦੇਖ ਕੇ ਜੀਵ ਬੜੀ ਵਾਹਵਾ ਕਰਨ, ਪਰ ਉਹਦੇ ਅੰਦਰ ਜਿਹੜੀ ਅਗਨ ਹੈ ਤ੍ਰਿਸ਼ਨਾ ਦੀ, ਇਹ ਅਗਨ ਨਹੀਂ ਬੁਝਦੀ ਨਾਮ ਤੋਂ ਬਿਨਾਂ, ਜੇ ਉਹ ਅੰਦਰੋਂ ਨਾਮ ਦੇ ਨਾਲ ਨਹੀਂ ਜੁੜਿਆ। ਬਾਹਰੀ ਜਿਹੜਾ ਲਿਬਾਸ ਜੇ ਅਸੀਂ ਪਾ ਵੀ ਲਿਆ, ਅੰਦਰੋਂ ਨਾਮ ਦੇ ਨਾਲ ਨਹੀਂ ਜੁੜੇ, ਤੇ ਫਿਰ ਸਾਨੂੰ ਗੁਰਮੁਖ ਕਹਿ ਕੇ ਸਮਝਾਉਂਦੇ ਬਈ ਬਾਹਰੀ ਲਿਬਾਸ ਦੇਖ ਕੇ ਸਾਨੂੰ ਜੀਵ ਕਹਿੰਦੇ ਗੁਰਮੁਖ ਨੇ, ਪਰ ਮਹਾਰਾਜ ਸਾਰੀ ਸਾਡੇ ਅੰਦਰ ਦੀ ਗੱਲ ਕਰਦੇ, ਇਕੱਲੀ ਬਾਹਰੇ ਪਹਿਰਾਵੇ ਦੀ, ਇਕੱਲੇ ਭੇਖ ਦੀ ਗੱਲ ਨਹੀਂ ਕਰਦੇ। ਭੇਖ ਤਾਂ ਮਹਾਰਾਜ ਕਹਿੰਦੇ ਅਨੇਕਾਂ ਹੀ ਜੀਵ ਕਰ ਲਵੇ, ਭੇਖ ਅਨੇਕ ਅਗਰ ਨਹੀਂ ਬੂਝੇ, ਵੀ ਭੇਖ ਤਾਂ ਅਨੇਕਾਂ ਭੇਖ ਕਰ ਲਵੇ, ਪਰ ਜਿਹੜੀ ਅੰਦਰ ਦੁਰਮਤ ਦੀ ਅਗਨ ਹੈ ਉਹ ਅਗਨ ਨਹੀਂ ਬੁਝਦੀ। ਹੁਣ ਇਸ ਲਈ ਫਿਰ ਮਹਾਰਾਜ ਕਹਿੰਦੇ ਬਈ ਜੇ ਅਸੀਂ ਨਾਮ ਨੂੰ ਨਹੀਂ ਬੁੱਝਿਆ, ਬਾਹਰੀ ਅਸੀਂ ਲਿਬਾਸ ਗੁਰਮੁਖਾਂ ਵਾਲਾ ਪਾ ਲਿਆ, ਫਿਰ ਸਾਨੂੰ ਗੁਰਮੁਖ ਕਹਿ ਕੇ ਕਹਿੰਦੇ ਜਨ ਗੁਰਮੁਖ ਨਾਮ ਨਾ ਬੂਝਿਆ, ਮਰ ਜਨਮੇ ਆਵੇ ਜਾਏ। ਕਿ ਜੇ ਤੁਸੀਂ ਨਾਮ ਨੂੰ ਨਹੀਂ ਬੁੱਝਿਆ, ਤੁਸੀਂ ਜਨਮ ਮਰਨ ਚੋਂ ਤੁਸੀਂ ਵਾਪਸ ਫੇਰ ਜੂਨਾਂ ਦੇ ਵਿੱਚ ਚਲੇ ਜਾਓਗੇ। ਜੇ ਤੁਸੀਂ ਨਾਮ ਦੇ ਨਾਲ ਨਹੀਂ ਜੁੜੇ, ਹੋਰ ਤੁਸੀਂ ਕੋਟ ਪਾ ਕਰੋੜਾਂ ਪਾ ਕਰ ਲਓ ਬਾਹਰੀ, ਤੁਹਾਨੂੰ ਮਾਲਕ ਦੀ ਦਰਗਾਹ ਦੇ ਵਿੱਚ ਉਸੇ ਥਾਂ ਨਹੀਂ ਮਿਲੇਗੀ। ਉੱਥੇ ਦਰਗਾਹ ਦੇ ਵਿੱਚ ਤੁਸੀਂ ਉਸੇ ਕਾਮਯਾਬ ਨਹੀਂ ਹੋ ਸਕਦੇ, ਬਾਹਰੀ ਇਕੱਲਾ ਲਿਬਾਸ ਦੇ ਕਾਰਨ। ਜੇ ਅਸੀਂ ਦਰਗਾਹ ਦੇ ਵਿੱਚ ਥਾਂ ਚਾਹੁੰਦੇ ਹਾਂ, ਫਿਰ ਸਾਨੂੰ ਨਾਮ ਦੇ ਨਾਲ ਜੁੜਨਾ ਪਏਗਾ, ਸੱਚ ਨਾਲ ਜੁੜਨਾ ਪਏਗਾ, ਆਪਦੇ ਘਰ ਜਾਣਾ ਪਏਗਾ ਨਿਜ ਮਹਿਲ 'ਚ, ਫਿਰ ਸਾਨੂੰ ਇਹ ਦਰਗਾਹ 'ਚ ਥਾਂ ਮਿਲਦੀ। ਨਹੀਂ ਤਾਂ ਸੰਸਾਰ ਦੇ ਵਿੱਚੋਂ ਜਦੋਂ ਕੋਈ ਜੀਵ ਦੇਹ ਛੱਡਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਮਰ ਗਿਆ, ਜਦੋਂ ਜੀਵ ਦੇਹ ਛੱਡ ਜਾਂਦਾ, ਮਰ ਜਾਂਦਾ, ਉਸ ਤੋਂ ਬਾਅਦ ਚੋਂ ਉਹਦੀਆਂ ਅਰਦਾਸਾਂ ਹੁੰਦੀਆਂ ਕਿ ਇਹਨੂੰ ਆਪਦੇ ਚਰਨਾਂ 'ਚ ਥਾਂ ਦਿਓ, ਇਹਨੂੰ ਦਰਗਾਹ 'ਚ ਥਾਂ ਦਿਓ। ਹੁਣ ਮਹਾਰਾਜ ਕਹਿੰਦੇ ਦਰਗਾਹ 'ਚ ਥਾਂ ਇਸ ਤਰ੍ਹਾਂ ਤਾਂ ਮਿਲਦੀ ਨਹੀਂ ਕਿਸੇ ਦੀ ਸਿਫਾਰਿਸ਼ ਤੇ। ਦਰਗਾਹ 'ਚ ਥਾਂ ਲੈਣ ਵਾਸਤੇ ਸਾਨੂੰ ਰੋਜ਼ ਮਹਾਰਾਜ ਮਹਿਲ 'ਚ ਬੁਲਾਉਂਦੇ ਵੀ ਤੁਸੀਂ ਹੁਣ ਘਰੇ ਆਵੋ, ਮਹਿਲ ਦੇ ਵਿੱਚ ਆਵੋ। ਹੁਣ ਸਾਡਾ ਜਿਹੜਾ ਮਨ ਇਹ ਮਹਿਲ ਦੇ ਅੱਗੋਂ ਦੀ ਟੱਪ ਜਾਂਦਾ, ਕਿਤੇ ਸੱਜੇ ਪਾਸੇ ਚਲਾ ਜਾਂਦਾ, ਕਿਤੇ ਖੱਬੇ ਪਾਸੇ ਟੱਪ ਜਾਂਦਾ।
ਮਾਲਕ ਆਵਾਜ਼ ਦੇ ਰਿਹਾ ਵੀ ਘਰ ਜਾਂਦਾ ਹੀ ਨਹੀਂ, ਮਾਲਕ ਦੀ ਆਵਾਜ਼ ਨੂੰ ਸੁਣਦਾ ਹੀ ਨਹੀਂ। ਫਿਰ ਇਸ ਅਵਸਥਾ 'ਚ ਮਹਾਰਾਜ ਕਹਿੰਦੇ ਵੀ ਬਹੁਤਾ ਹੀ ਮਨਮੁਖ ਹੋ ਗਿਆ, ਹੰਕਾਰੀ ਹੋ ਗਿਆ। ਇਹਨੂੰ ਹੁਣ ਰੋਜ਼ ਬੁਲਾਉਂਦੇ ਆ ਵੀ ਤੂੰ ਘਰ ਆ ਜਾ, ਹੁਣ ਇਹ ਆਉਂਦਾ ਨਹੀਂ। ਜਦੋਂ ਇਹਦਾ ਦਿੱਤਾ ਹੋਇਆ ਸਮਾਂ ਖਤਮ ਹੋਇਆ, ਫਿਰ ਇਹਨੂੰ ਕਿਵੇਂ ਦਰਗਾਹ 'ਚ ਥਾਂ ਮਿਲੇਗੀ? ਫਿਰ ਕਿਸੇ ਦੀ ਸਿਫਾਰਿਸ਼ ਤੇ ਇਹਨੂੰ ਕਿਵੇਂ ਥਾਂ ਮਿਲ ਜੇਗੀ? ਕਿਵੇਂ ਦਰਗਾਹ ਦੇ ਵਿੱਚ ਕਾਮਯਾਬ ਹੋਏਗਾ ਜਦੋਂ ਹੁਣ ਬੁਲਾਉਂਦੇ ਆ ਰੋਜ਼ ਵੀ ਹੁਣ ਆ ਜਾ, ਹੁਣ ਆਉਂਦਾ ਨਹੀਂ। ਮਹਾਰਾਜ ਫਰਮਾਉਂਦੇ ਮਨਮੁਖ ਹੰਕਾਰੀ ਮੈਲ ਨਾ ਜਾਣੇ, ਖੈਨ ਆਗੇ ਖੈਨ ਪੀਛੇ, ਸਦਾ ਬੁਲਾਈਏ ਮੈਲ ਨਾ ਆਵੇ, ਕਿਉਂ ਕਰ ਦਰਗੇ ਸੀਜੇ। ਮਹਾਰਾਜ ਕਹਿੰਦੇ ਹੁਣ ਇਹਨੂੰ ਸਦਾ ਬੁਲਾਉਂਦੇ ਵੀ ਮਹਿਲ 'ਚ ਆ ਜਾ, ਹੁਣ ਆਉਂਦਾ ਹੀ ਨਹੀਂ। ਹੁਣ ਮਹਿਲ ਦੇ ਅੱਗੋਂ ਦੀ ਟੱਪ ਜਾਂਦਾ ਤੇ ਫਿਰ ਇਹਨੂੰ ਦਰਗਾਹ 'ਚ ਕਿਵੇਂ ਥਾਂ ਮਿਲੇਗੀ? ਕਿਵੇਂ ਇਹਨੂੰ ਉਸੇ ਨਿਵਾਸ ਮਿਲੇਗਾ ਚਰਨਾਂ ਦੇ ਵਿੱਚ, ਜਦੋਂ ਹੁਣ ਰੋਜ਼ ਬੁਲਾਉਂਦੇ ਘਰ ਆ ਜਾ, ਹੁਣ ਆਉਂਦਾ ਹੀ ਨਹੀਂ। ਇਸ ਵਾਸਤੇ ਦਰਗਾਹ 'ਚ ਥਾਂ ਲੈਣ ਲਈ ਸਾਨੂੰ ਆਪ ਇਹ ਸਿਮਰਨ ਕਰਕੇ ਆਪ ਘਰ ਜਾਣਾ ਪੈਂਦਾ ਨਿਜ ਮਹਿਲ 10ਵੇਂ ਦਵਾਰ 'ਚ, ਤੇ ਫਿਰ ਸਾਨੂੰ ਜਿਉਂਦੇ ਜੀ ਥਾਂ ਮਿਲ ਜਾਂਦੀ, ਜਿਉਂਦੇ ਜੀ ਸਾਡਾ ਆਉਣ ਜਾਣ ਬਣ ਜਾਂਦਾ। ਇਸ ਲਈ ਫਿਰ ਮਹਾਰਾਜ ਕਹਿੰਦੇ ਬਈ ਜਦ ਤੱਕ ਜੀਵ ਗੁਰੂ ਦੀ ਮੱਤ ਨਹੀਂ ਲੈਂਦਾ, ਉਹ ਸਿਮਰਨ ਨਹੀਂ ਕਰਦਾ, ਉਹ ਆਪਦੇ ਘਰ ਨਾਮ ਦੇ ਨਾਲ ਜੁੜਦਾ ਨਹੀਂ, ਘਰ ਜਾਂਦਾ ਨਹੀਂ। ਉਹਨਾਂ ਸਮਾਂ ਉਹ ਕਿੰਨੇ ਵੀ ਬਾਰੀ ਪੇਸ਼ ਕਰ ਲਵੇ, ਉਹਦੇ ਅੰਦਰੋਂ ਅਗਨ ਨਹੀਂ ਬੁਝਦੀ। ਕਿੰਨੇ ਵੀ ਉਹ ਬਾਰੀ ਉਹ ਪਾ ਕਰ ਲਵੇ, ਉਹਨੂੰ ਦਰਗਾਹ 'ਚ ਥਾਂ ਨਹੀਂ ਮਿਲਦੀ, ਦਰਗਾਹ 'ਚੋਂ ਛੁੱਟਦਾ ਨਹੀਂ ਹੈ। ਫਿਰ ਅੱਗੇ ਮਹਾਰਾਜ ਦੱਸਦੇ ਛੂਟ ਨਾਹੀਂ ਊਬ ਪਿਆਲ, ਮੋਹ ਵਿਆਪੇ ਮਾਇਆ ਜਾਲ। ਬਈ ਮਾਨੇ ਜਿਹੜਾ ਇਧਰ ਹੁਣ ਕਦੇ ਆਕਾਸ਼ ਲੋਕ ਨੂੰ ਜਾਂਦਾ, ਕਦੇ ਪਤਾਲ ਲੋਕ ਨੂੰ ਜਾਂਦਾ, ਵਿਚਾਰਾਂ ਦੇ ਵਿੱਚ ਫੁਰਨਿਆਂ ਦੇ ਵਿੱਚ ਭੱਜਾ ਫਿਰਦਾ। ਕਦੇ ਇਹ ਸਤੋਗੁਣੀ ਹੋ ਜਾਂਦਾ, ਆਕਾਸ਼ ਲੋਕ ਨੂੰ ਸਤੋਗੁਣ ਕਹਿੰਦੇ। ਕਦੇ ਪਤਾਲ ਲੋਕ ਨੂੰ ਚਲਾ ਜਾਂਦਾ, ਪਤਾਲ ਲੋਕ ਤਮੋ ਗੁਣ ਕਹਿੰਦੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਹੁਣ ਛੁੱਟਣ ਦਾ ਯਤਨ ਨਹੀਂ ਕਰਦਾ ਇਸੋਂ, ਮਾਇਆ ਦੇ ਵਿੱਚੋਂ। ਹੁਣ ਇਹ ਭੱਜਾ ਫਿਰਦਾ, ਕਦੇ ਉੱਪਰ ਆਕਾਸ਼ ਲੋਕ ਨੂੰ ਜਾਂਦਾ, ਕਦੇ ਪਤਾਲ ਲੋਕ ਨੂੰ ਜਾਂਦਾ। ਹੁਣ ਇਹ ਕਿਉਂ ਜਾਂਦਾ ਕਦੇ ਆਕਾਸ਼ ਲੋਕ ਕਦੇ ਪਤਾਲ ਲੋਕ? ਕਾਹਤੋਂ ਨਹੀਂ ਮਨ ਰੁਕਦਾ? ਕਿਉਂ ਇਹ ਭੱਜਾ ਫਿਰਦਾ? ਕਿਉਂਕਿ ਮਾਇਆ ਦੇ ਨਾਲ ਇਸ ਨੇ ਮੋਹ ਪਾਇਆ, ਮਾਇਆ ਦੇ ਜਾਲ ਦੇ ਵਿੱਚ ਫਸਿਆ ਹੋਇਆ। ਮੋਹ ਵਿਆਪੇ ਮਾਇਆ ਜਾਲ, ਵੀ ਮਾਇਆ ਦੇ ਜਾਲ 'ਚ ਫਸਿਆ ਹੋਣ ਕਰਕੇ ਹੀ ਤਾਂ ਨਹੀਂ ਇਹ ਰੁਕਦਾ, ਤਾਂ ਕਰਕੇ ਫਿਰ ਇਹ ਭੱਜਾ ਫਿਰਦਾ ਮਾਇਆ ਦੇ ਵਿੱਚ। ਮਾਇਆ ਕੀ ਇਹ ਵਿਚਾਰ ਫੁਰਨੇ। ਹੁਣ ਇਹਨਾਂ ਵਿਚਾਰਾਂ ਦੇ ਵਿੱਚ, ਇਹਨਾਂ ਦੇ ਵਿੱਚ ਸੁੱਖ ਨਹੀਂ ਹੈ, ਇਹ ਵਿਚਾਰਾਂ ਦੇ ਵਿੱਚ ਦੁੱਖ ਹੀ ਦੁੱਖ। ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ ਬਈ ਇਹ ਵਿਚਾਰਾਂ ਦੇ ਵਿੱਚ, ਭਰਮ ਦੇ ਵਿੱਚ ਪਿਆ ਹੋਇਆ, ਇਹ ਸੋਚਿਆ ਹੋਇਆ ਮਾਇਆ ਦੇ ਵਿੱਚ। ਜਿਵੇਂ ਮਹਾਰਾਜ ਦੱਸਦੇ ਮਨਮੁਖ ਕਿਵੇਂ ਸੁੱਤਾ, ਮਹਾਰਾਜ ਫਰਮਾਉਂਦੇ ਮਨਮੁਖ ਸੁੱਤਾ ਮਾਇਆ ਮੋਹ ਪਿਆਰ। ਇਹ ਮਾਇਆ ਦੇ ਮੋਹ ਦੇ ਵਿੱਚ, ਮਾਇਆ ਦੇ ਪਿਆਰ ਦੇ ਵਿੱਚ ਸੁੱਤਾ ਪਿਆ। ਇਸੇ ਤਰ੍ਹਾਂ ਹੀ ਫਿਰ ਸਤਿਗੁਰੂ ਸਮਝਾਉਂਦੇ ਵੀ ਇੱਥੇ ਸੁੱਤਾ ਭਰਮ ਦੇ ਵਿੱਚ, ਮਾਇਆ ਦੇ ਜਾਲ 'ਚ ਫਸਿਆ। ਫਿਰ ਅੱਗੇ ਮਹਾਰਾਜ ਦੱਸਦੇ ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਗੋਬਿੰਦ ਮਾਲਕ ਦੇ ਭਜਨ ਤੋਂ ਬਿਨਾਂ, ਨਾਮ ਤੋਂ ਬਿਨਾਂ ਜਿਹੜਾ ਜਮ ਉਹ ਤਿਲ ਮਾਤਰ ਵੀ ਮੰਨਦਾ ਨਹੀਂ ਹੈ। ਸਾਡੇ ਹੋਰ ਇਧਰ ਸੰਸਾਰ ਦੇ ਵਿੱਚ ਪੁੰਨ ਦਾਨ ਕੀਤੇ ਹੋਏ, ਹੋਰ ਸੰਸਾਰ ਦੇ ਅਸੀਂ ਕਹਿੰਦੇ ਹਾਂ ਵੀ ਚੰਗੇ ਕੰਮ ਕਰੋ, ਉਹ ਚੰਗੇ ਕੰਮ ਕੀਤੇ ਹੋਏ, ਪਰ ਜਿਹੜੇ ਜਮ ਨੇ
ਇਹ ਜਮ ਇੱਕ ਤਿਲ ਮਾਤਰ ਵੀ ਨਹੀਂ ਮਨ ਦੇ ਨਾਮ ਤੋਂ ਬਿਨਾਂ। ਜਦੋਂ ਸਾਡੇ ਮਨ ਵਿੱਚੋਂ ਲੈ ਕੇ ਜਾਇਆ ਜਾਂਦਾ, ਸਿਰਫ ਇਹ ਪੁੱਛਿਆ ਜਾਂਦਾ ਵੀ ਤੇਰੇ ਕੋਲੇ ਨਾਮ ਹੈ ਕਿ ਨਹੀਂ ਹੈ। ਜੇ ਜਦੋਂ ਨਾਮ ਦੀ ਕਮਾਈ ਕੀਤੀ, ਨਾਮ ਦੇ ਨਾਲ ਜੁੜੇ, ਫਿਰ ਜਮ ਮੰਨਦੇ, ਫਿਰ ਇਹ ਛੱਡਦੇ, ਨਹੀਂ ਤਾਂ ਇਹ ਛੱਡਦੇ ਹੀ ਨਹੀਂ। ਨਹੀਂ ਤਾਂ ਫਿਰ ਇਹ ਜਮ ਬੇਇੱਜ਼ਤ ਕਰਕੇ ਲੈ ਕੇ ਜਾਂਦੇ। ਇਸ ਲਈ ਮਹਾਰਾਜ ਕਹਿੰਦੇ ਵੀ ਹੋਰ ਜਿੰਨੇ ਮਰਜ਼ੀ ਜੀਵ ਸੰਸਾਰ ਦੇ ਵਿੱਚ ਕਰਮ ਕਰ ਲਵੇ, ਨਾਮ ਤੋਂ ਬਿਨਾਂ ਉਹ ਫਿਰ ਇਹ ਜਮਾਂ ਦੀ ਮਾਰ ਤੋਂ ਬਚ ਨਹੀਂ ਸਕਦਾ। ਫਿਰ ਉਹਨੂੰ ਇਹ ਜਮਾਂ ਦੇ ਮਾਰਗ ਤੇ ਹੀ ਜਾਣਾ ਪੈਂਦਾ। ਫਿਰ ਮਹਾਰਾਜ ਅੱਗੇ ਦੱਸਦੇ, ਹਰਿ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿਜ ਸੁਭਾਏ। ਮਹਾਰਾਜ ਕਹਿੰਦੇ ਜਿਹੜੇ ਮਨ ਨੂੰ ਦੁੱਖ ਨੇ, ਜੋ ਆਪਾਂ ਨੂੰ ਉੱਪਰ ਦੱਸੇ ਸਾਰੇ ਮਨ ਨੂੰ ਦੁੱਖ ਲੱਗੇ, ਸਾਡੇ ਅੰਦਰ ਅਗਨ ਇਹ ਤ੍ਰਿਸ਼ਨਾ ਦੀ, ਦੁਬਦਾ ਦੀ, ਵੈਰ ਵਿਰੋਧ ਦੀ, ਇਹ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਜਾਣੀ ਨਹੀਂ। ਇਹ ਸਾਡੇ ਮਨ ਨੂੰ ਦੁੱਖ ਲੱਗੇ। ਸੈਂਸੇ ਫਿਕਰ ਚਿੰਤਾਵਾਂ, ਇਹ ਸਾਡੇ ਮਨ ਨੂੰ ਦੁੱਖ ਨੇ। ਇਹ ਸਾਡੇ ਮਨ ਨੂੰ ਸਾਰੇ ਰੋਗ ਲੱਗੇ ਹੋਏ ਨੇ। ਹੁਣ ਮਹਾਰਾਜ ਕਹਿੰਦੇ ਰੋਗ ਮਿਟਣੇ, ਇਹ ਸਾਡੇ ਦੁੱਖ ਜਾਣੇ ਪਰਮਾਤਮਾ ਦਾ ਸਿਮਰਨ ਕਰਕੇ, ਨਾਮ ਦੇ ਨਾਲ ਜੁੜ ਕੇ। ਤੇ ਮਹਾਰਾਜ ਸਾਨੂੰ ਫਿਰ ਇਹ ਗੱਲ ਬੜੇ ਸਹਿਜ ਸੁਭਾਅ ਨਾਲ ਕਹਿੰਦੇ ਬਈ ਜੇ ਤੁਸੀਂ ਸਿਮਰਨ ਕਰੋ ਤੇ ਤੁਹਾਡੇ ਸਹਿਜ ਸੁਭਾਅ ਹੀ ਇਹ ਦੁੱਖ ਨੇ ਜਿਹੜੇ ਖਤਮ ਹੋ ਜਾਣ। ਜਿਉਂ-ਜਿਉਂ ਆਪਾਂ ਸਿਮਰਨ ਕਰਾਂਗੇ ਤੇ ਆਉਂਦੇ ਸਾਡਾ ਅੰਦਰ ਬਦਲਦਾ ਜਾਂਦਾ। ਸਾਨੂੰ ਆਪਦੇ ਆਪ ਵੀ ਨਹੀਂ ਪਤਾ ਲੱਗਦਾ, ਸਾਡੇ ਅੰਦਰ ਬਦਲਾਅ ਆਉਂਦਾ ਜਾਂਦਾ। ਇਸ ਵਾਸਤੇ ਫਿਰ ਆਪਣਾ ਜਿਹੜਾ ਮਨ ਉਹ ਸਹਿਜ ਦੇ ਵਿੱਚ ਆ ਜਾਂਦਾ। ਸਹਿਜ ਆਪਣਾ ਘਰ ਹੈ। ਜਦੋਂ ਅਸੀਂ ਸਹਿਜ ਵਿੱਚ ਰਵਾਂਗੇ ਆਪਾਂ ਨੂੰ ਗੁੱਸਾ ਨਹੀਂ ਆਏਗਾ। ਸਹਿਜ ਵਿੱਚ ਰਵਾਂਗੇ ਅਸੀਂ ਵੈਰ ਵਿਰੋਧ 'ਚ ਨਹੀਂ ਜਾਵਾਂਗੇ, ਈਰਖਾ ਨਫ਼ਰਤ 'ਚ ਨਹੀਂ ਜਾਵਾਂਗੇ। ਸਹਿਜ ਦੇ ਵਿੱਚ ਰਵਾਂਗੇ ਤੇ ਸਾਡੇ ਮੁੱਖ 'ਚ ਅੰਮ੍ਰਿਤ ਆਉਂਦਾ ਰਹਿਣਾ। ਸਹਿਜ ਆਪਣਾ ਘਰ ਹੈ। ਹੁਣ ਇੱਧਰ ਵਿਚਾਰਾਂ ਦੇ ਵਿੱਚ, ਹੁਰਨਿਆਂ ਦੇ ਵਿੱਚ, ਤ੍ਰੈ ਗੁਣਾਂ ਦੇ ਵਿੱਚ ਸਹਿਜ ਨਹੀਂ। ਮਹਾਰਾਜ ਕਹਿੰਦੇ ਕਰਮੀ ਸਹਿਜ ਨ ਉਪਜੈ, ਬਿਨ ਸਹਿਜੇ ਸੈਂਸਾ ਨਾ ਜਾਈ। ਇੱਧਰ ਵਿਚਾਰਾਂ 'ਚ ਸਹਿਜ ਨਹੀਂ। ਜਦ ਤੱਕ ਅਸੀਂ ਸਹਿਜ 'ਚ ਨਹੀਂ ਜਾਵਾਂਗੇ ਸਾਡੇ ਸੈਂਸੇ ਫਿਕਰ ਚਿੰਤਾਵਾਂ ਖਤਮ ਨਹੀਂ ਹੋਣੇ। ਇਸ ਵਾਸਤੇ ਫਿਰ ਸਹਿਜ ਇੱਕ ਅਵਸਥਾ ਹੈ ਸਾਡੇ ਮਨ ਦੀ। ਹੁਣ ਜਦੋਂ ਆਪਾਂ ਇਹ ਸਿਮਰਨ ਅਭਿਆਸ ਕਰਦੇ ਹਾਂ, ਸਿਮਰਨ ਕਰਕੇ ਪਹਿਲੀ ਸਟੇਜ ਆਪਾਂ ਨੂੰ ਨੀਂਦ ਆ ਜਾਂਦੀ, ਆਪਾਂ ਸੌਂ ਜਾਂਦੇ ਹਾਂ। ਜਿਹਨੂੰ ਆਪਾਂ ਨੀਂਦ ਕਹਿੰਦੇ ਗੁਰਬਾਣੀ 'ਚ, ਉਹਨੂੰ ਸੁੰਨ ਕਹਿੰਦੇ, ਸਾਡੇ ਮਨ ਦਾ ਘਰ। ਫਿਰ ਸੁੰਨ ਦੇ ਵਿੱਚੋਂ ਅੱਗੇ ਨਾਮ ਪ੍ਰਗਟ ਹੁੰਦਾ। ਮਾਲਕ ਦੀ ਜੋ ਆਵਾਜ਼ ਹੈ, ਅਨਹਦ ਸ਼ਬਦ, ਜਿਹਨੂੰ ਸ਼ਬਦ ਗੁਰੂ ਦਾ ਨਾਮ ਦਿੱਤਾ, ਸਹਿਜ ਧੁਨ ਦਾ ਨਾਮ ਦਿੱਤਾ। ਮਹਾਰਾਜ ਦੱਸਦੇ ਸੁੰਨ ਸਮਾਧ ਅਨਹਦ ਤੇ ਨਾਦ। ਜਦੋਂ ਹੁਣ ਆਪਾਂ ਇਹ ਸਿਮਰਨ ਕਰਕੇ ਵਾਰ-ਵਾਰ ਸੁੰਨ 'ਚ ਜਾਂਦੇ ਹਾਂ, ਉਦੋਂ ਕਹਿੰਦੇ ਸੁੰਨ ਸਮਾਧੀ 'ਚ ਚਲੇ ਗਏ। ਫਿਰ ਸੁੰਨ ਦੇ ਵਿੱਚੋਂ ਨਾਮ ਪ੍ਰਗਟ ਹੁੰਦਾ। ਜਦੋਂ ਨਾਮ ਪ੍ਰਗਟ ਹੁੰਦਾ ਸਹਿਜ ਧੁਨ ਤੇ, ਉੱਥੋਂ ਫਿਰ ਅੱਗੇ ਸਹਿਜ ਸ਼ੁਰੂ ਹੁੰਦਾ। ਸੁੰਨ ਤੋਂ ਅੱਗੇ ਸਹਿਜ ਪ੍ਰਗਟ ਹੁੰਦਾ। ਫਿਰ ਸਾਡਾ ਮਨ ਉਦੋਂ ਜਦੋਂ ਸਹਿਜ 'ਚ ਚਲਾ ਜਾਂਦਾ, ਫਿਰ ਇਸ ਸੰਸਾਰ ਦੇ ਵਿੱਚ ਚੱਲਦਾ ਹੋਇਆ ਵੀ ਸਹਿਜ ਵਿੱਚ ਰਹਿ ਸਕਦਾ। ਅਸੀਂ ਕੋਈ ਕੰਮ ਕਰ ਰਹੇ ਹਾਂ, ਹੱਥਾਂ ਪੈਰਾਂ ਨਾਲ ਕੰਮ ਕਰਦੇ ਹਾਂ, ਮਾਲਕ ਨੂੰ ਦੇਖੀ ਜਾਂਦੇ, ਨਾਮ ਨੂੰ ਸੁਣੀ ਜਾਂਦੇ, ਸਾਡਾ ਮਨ ਸਹਿਜ ਵਿੱਚ ਘਰ। ਇਸ ਵਾਸਤੇ ਫਿਰ ਸਹਿਜ ਇੱਕ ਸਾਡੇ ਮਨ ਦੀ ਅਵਸਥਾ ਹੈ। ਚਾਹੇ ਅਸੀਂ ਕੰਮ ਕਾਰ ਕਰਾਂਗੇ, ਚਾਹੇ ਅਸੀਂ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ, ਕੋਈ ਵੀ ਅਸੀਂ ਕੰਮ ਕਰ ਰਹੇ ਹਾਂ ਦੁਨਿਆਵੀ ਪਰਿਵਾਰ ਦਾ, ਉਹ ਕਰਦੇ ਹੋਏ ਵੀ ਅਸੀਂ ਸਹਿਜ ਵਿੱਚ ਰਹਿ ਸਕਦੇ। ਪਰ ਜੇ ਸਾਨੂੰ ਸਹਿਜ ਦਾ ਗਿਆਨ ਹੋਏਗਾ, ਅਸੀਂ ਸਹਿਜ ਵਿੱਚ ਗਏ ਹੋਵਾਂਗੇ ਤਾਂ। ਜੇ ਅਸੀਂ ਸਹਿਜ ਵਿੱਚ ਗਏ ਨਹੀਂ, ਸਾਨੂੰ ਸਹਿਜ ਦਾ ਪਤਾ ਨਹੀਂ, ਫਿਰ ਅਸੀਂ ਕੰਮ ਵੀ ਕਰੀ ਜਾਵਾਂਗੇ ਨਾਲੇ ਗੁੱਸਾ ਵੀ ਕਰੀ ਜਾਵਾਂਗੇ।
ਨਾਲੇ ਕੰਮ ਤਾਂ ਕਰਨਾ ਹੀ ਕਰਨਾ, ਉਹ ਕਰਦੇ ਹੋਏ ਨਾਲ ਹੋਰ ਦੁਖੀ ਹੋਈ ਜਾਵਾਂਗੇ, ਨਾਲ ਹੋਰ ਸਾਡਾ ਮਨ ਅਸ਼ਾਂਤ ਹੋਈ ਜਾਏਗਾ। ਜੇ ਅਸੀਂ ਸਹਿਜ ਦੇ ਵਿੱਚ ਰਹਿ ਕੇ ਉਹ ਕੰਮ ਕਰਾਂਗੇ, ਉਹ ਸਾਡਾ ਕੀਤਾ ਕੰਮ ਵੀ ਪ੍ਰਵਾਨ ਹੋ ਜਾਵੇ, ਉਹ ਸੇਵਾ। ਤੇ ਜੇ ਅਸੀਂ ਸਹਿਜ ਵਿੱਚ ਗਏ ਨਹੀਂ, ਫਿਰ ਅਸੀਂ ਜੋ ਵੀ ਕਰਦੇ ਹਾਂ ਉਹ ਅਸੀਂ ਪਾਪ ਕਰਦੇ ਹਾਂ, ਉਹੀਓ ਸਾਡੇ ਮਨ ਤੇ ਹੋਰ ਮੈਲ ਚੜ੍ਹਦੀ ਜਾਂਦੀ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਬਈ ਇਹ ਸਹਿਜ ਸੁਭਾਅ, ਸਹਿਜ ਦੇ ਵਿੱਚ ਸਾਡਾ ਮਨ ਆਵੇ, ਉਹਦੇ ਵਾਸਤੇ ਇਹਦੇ ਆਪਸ ਸਿਮਰਨ ਕਰਦੇ ਹਾਂ, ਸਤਸੰਗਤ ਕਰਦੇ ਹਾਂ, ਤਾਂ ਕਿ ਸਾਨੂੰ ਗਿਆਨ ਹੋਵੇ ਸਹਿਜ ਦਾ, ਅਸੀਂ ਸਹਿਜ ਵਿੱਚ ਜਾਈਏ ਤੇ ਅਸੀਂ ਸਹਿਜ ਵਿੱਚ ਜਾ ਕੇ ਆਨੰਦ ਲਈਏ, ਸੁੱਖ ਲਈਏ। ਫਿਰ ਅੱਗੇ ਮਹਾਰਾਜ ਫਰਮਾਉਂਦੇ, ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਗੇ। ਆਵਾ ਨੂੰ ਕਹਿੰਦੇ ਵੀ ਜੇ ਤੁਸੀਂ ਚਾਰ ਪਦਾਰਥਾਂ ਦਾ ਭੇਦ ਚਾਹੁੰਦੇ, ਚਾਰ ਪਦਾਰਥ ਕਿਹੜੇ ਨੇ? ਧਰਮ, ਅਰਥ, ਕਾਮ ਤੇ ਮੋਖ। ਇਹਨਾਂ ਨੂੰ ਚਾਰ ਪਦਾਰਥਾਂ ਦਾ ਨਾਮ ਦਿੱਤਾ ਗੁਰਬਾਣੀ ਵਿੱਚ। ਧਰਮ ਕਹਿੰਦੇ ਸਤੋ ਗੁਣ, ਜਿਹਦੇ ਵਿੱਚ ਦਇਆ, ਨਰਮਤਾਈ, ਸਹਿਣਸ਼ੀਲਤਾ, ਅਨੁਦਾਨ, ਇਹਨੂੰ ਧਰਮੀ ਹੱਟ ਕਹਿੰਦੇ, ਸਤੋ ਗੁਣ। ਅਰਥ ਕਹਿੰਦੇ ਰਜੋ ਗੁਣ, ਜਿਹਦੇ ਤੇ ਆਪਾਂ ਇਹ ਕੰਮ ਕਰਦੇ ਸੰਸਾਰ ਦਾ, ਚਾਹੇ ਕੋਈ ਨੌਕਰੀ ਕਰਦਾ, ਕੋਈ ਦਿਹਾੜੀ ਕਰਦਾ, ਕੋਈ ਖੇਤੀਬਾੜੀ, ਕੋਈ ਦੁਕਾਨਦਾਰੀ ਕਰਦਾ, ਇਹਨੂੰ ਅਰਥ ਕਹਿੰਦੇ। ਅਰਥਚਾਰਾ ਜਿੱਥੋਂ ਲੈਂਦੇ ਅਸੀਂ ਰਜੋਗੁਣੀ ਹੱਟ। ਫਿਰ ਹੱਟ ਹੈ ਕਾਮ ਦਾ, ਜਿਹਨੂੰ ਤਮੋ ਗੁਣ ਕਹਿੰਦੇ, ਜਿੱਥੋਂ ਅਸੀਂ ਇਹ ਸੰਸਾਰ ਦੀ ਉਤਪਤੀ ਹੁੰਦੀ, ਅੱਗੇ ਖੇਲ ਚੱਲਦਾ ਸੰਸਾਰ ਦਾ, ਉਹ ਤਮੋ ਗੁਣੀ ਹੱਟ, ਉਹਨੂੰ ਕਾਮ ਦਾ ਸੌਦਾ ਉੱਥੋਂ ਮਿਲਦਾ। ਫਿਰ ਇੱਕ ਹੱਟ ਹੈ ਮੋਖ ਦਾ, ਜਿਹਨੂੰ ਦਸਵਾਂ ਦਵਾਰ ਨਿਜ ਮਹਿਲ ਕਹਿੰਦੇ, ਜਿੱਥੋਂ ਸਾਨੂੰ ਮੁਕਤੀ ਮਿਲਦੀ, ਜਿੱਥੋਂ ਸਾਨੂੰ ਅਮਰ ਪਦਵੀ ਮਿਲਦੀ, ਜਿੱਥੋਂ ਸਾਨੂੰ ਸਾਡੇ ਮਨ ਦੀ ਖੁਰਾਕ ਅੰਮ੍ਰਿਤ ਰਸ ਮਿਲਦਾ, ਸਾਡੇ ਮਨ ਦਾ ਭੋਜਨ। ਹੁਣ ਇਹ ਚਾਰ ਪਦਾਰਥ ਨੇ, ਸਾਨੂੰ ਕਹਿੰਦੇ ਵੀ ਜੇ ਤੁਸੀਂ ਇਹਨਾਂ ਦਾ ਭੇਦ ਲੈਣਾ ਹੈ ਤੇ ਤੁਸੀਂ ਸਾਧੂ ਜਨਾਂ ਦਾ ਸੰਗ ਕਰੋ, ਸਤ ਸੰਗਤ ਕਰੋ। ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਪਹਿਲਾਂ ਤਾਂ ਸਾਨੂੰ ਇਹ ਚਾਰ ਪਦਾਰਥਾਂ ਦਾ ਨਹੀਂ ਪਤਾ ਵੀ ਕਿਹੜੇ ਨੇ। ਫਿਰ ਅਸੀਂ ਜੇ ਇਹਨਾਂ ਦੇ ਵਿੱਚੋਂ ਮੰਗਦੇ ਵੀ ਹਾਂ, ਅਸੀਂ ਇਹ ਤਿੰਨ ਪਦਾਰਥ ਹੀ ਮੰਗਦੇ ਹਾਂ, ਚੌਥੇ ਦਾ ਤਾਂ ਸਾਨੂੰ ਗਿਆਨ ਹੀ ਨਹੀਂ, ਜਿਹੜਾ ਮੁੱਖ ਦਾ ਹੱਟ, ਜਿੱਥੋਂ ਸਾਨੂੰ ਮੁਕਤੀ ਮਿਲਣੀ, ਜਿੱਥੋਂ ਸਾਨੂੰ ਅਮਰ ਪਦਵੀ ਮਿਲਣੀ, ਉਹ ਨਹੀਂ ਅਸੀਂ ਮੰਗਦੇ। ਅਸੀਂ ਮੰਗਦੇ ਹਾਂ ਸਿਰਫ ਤਿੰਨ। ਜ਼ਿਆਦਾ ਅਸੀਂ ਸੁੱਖ ਮੰਗਦੇ ਹਾਂ, ਸੁੱਖ ਵੀ ਸੰਸਾਰ ਦਾ। ਇਹ ਸਤੋ ਗੁਣੀ ਜਿਹੜਾ ਧਰਮੀ ਹੱਟ ਜਿਹਨੂੰ ਕਹਿੰਦੇ, ਉਹਦੇ ਤੇ ਅਸੀਂ ਆ ਕੇ ਸੁੱਖ ਮੰਗਦੇ, ਸਾਡੇ ਪਰਿਵਾਰ ਦੇ ਵਿੱਚ ਸੁੱਖ ਹੋਵੇ, ਸਾਡਾ ਸਰੀਰ ਤੰਦਰੁਸਤ ਰਹੇ, ਸਾਨੂੰ ਕੋਈ ਬਿਮਾਰੀ ਨਾ ਲੱਗ ਜੇ, ਜਾਂ ਸਾਡੇ ਪਰਿਵਾਰ ਦੇ ਵਿੱਚ ਕੋਈ ਬਿਮਾਰੀ ਨਾ ਆ ਜੇ। ਇਹ ਚੀਜ਼ਾਂ ਅਸੀਂ ਮੰਗਦੇ ਹਾਂ ਸਤੋ ਗੁਣ ਦੀਆਂ। ਜਾਂ ਫਿਰ ਅਸੀਂ ਇਹ ਤਮੋ ਗੁਣੀ ਜਿਹੜਾ ਹੱਟ, ਇਹਦੇ ਤੋਂ ਸੌਦਾ ਲੈਂਦੇ ਹਾਂ, ਇਹਦੇ ਵਿੱਚ ਕਾਮ, ਕ੍ਰੋਧ, ਲੋਭ, ਹੰਕਾਰ, ਇਹ ਅਸੀਂ ਲਈ ਜਾਂਦੇ ਹਾਂ। ਜਾਂ ਫਿਰ ਜਿਹੜਾ ਇਹ ਰਜੋ ਗੁਣੀ ਹੱਟ, ਅਸੀਂ ਇਹਦੇ ਵਾਸਤੇ ਮੰਗੀ ਜਾਂਦੇ ਹਾਂ ਵੀ ਸਾਡਾ ਕਾਰੋਬਾਰ ਵਧੀਆ ਹੋ ਜੇ, ਸਾਡਾ ਕਾਰੋਬਾਰ 'ਚ ਹੋਰ ਵਾਧਾ ਹੋ ਜੇ, ਸਾਡੀ ਦੁਕਾਨਦਾਰੀ ਵਧੀਆ ਹੋ ਜੇ, ਸਾਡੀ ਖੇਤੀਬਾੜੀ ਵਧੀਆ ਹੋ ਜੇ, ਜਾਂ ਅਸੀਂ ਜੋ ਵੀ ਕਰਦੇ ਸਾਡਾ ਵੱਧ ਤੋਂ ਵੱਧ ਕਾਰੋਬਾਰ ਹੋਰ ਵੱਧ ਜੇ। ਇਹ ਫਿਰ ਅਸੀਂ ਰਜੋ ਗੁਣ ਵਾਸਤੇ ਮੰਗੀ ਜਾਂਦੇ ਹਾਂ। ਤੇ ਜਿਹੜਾ ਸਾਡੇ ਮਨ ਵਾਸਤੇ ਮੋਖ ਦਾ ਹੱਟ, ਜਿੱਥੋਂ ਸਾਨੂੰ ਮੁਕਤੀ ਮਿਲਣੀ, ਜਿੱਥੋਂ ਸਾਨੂੰ ਅਮਰ ਪਦਵੀ ਮਿਲਣੀ, ਉਹਦਾ ਤਾਂ ਸਾਨੂੰ ਗਿਆਨ ਹੀ ਨਹੀਂ, ਉਹਦੇ ਵਾਸਤੇ ਤਾਂ ਅਸੀਂ ਮੰਗਦੇ ਹੀ ਕੁਛ ਨਹੀਂ ਮਨ ਵਾਸਤੇ। ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਇਹ ਚਾਰਾਂ ਪਦਾਰਥਾਂ ਦਾ ਗਿਆਨ ਲੈਣਾ, ਤੁਸੀਂ ਫਿਰ ਸਾਧੂ ਜਨਾਂ ਦੀ ਸੰਗਤ ਕਰੋ। ਜਦੋਂ ਆਪਾਂ ਉਹਨਾਂ ਦੇ ਸੰਗ ਕਰਦੇ, ਫਿਰ ਉਹ ਆਪਾਂ ਨੂੰ ਦੱਸਦੇ ਬਈ ਇਹ ਜਿਹੜੇ ਚਾਰ ਪਦਾਰਥ ਨੇ, ਇਹ ਚਾਰਾਂ ਦੇ ਵਿੱਚੋਂ ਜਿਹੜੇ ਤਿੰਨ ਪਦਾਰਥ, ਇਹ ਤਾਂ ਸਾਡੇ ਸਰੀਰ ਨਾਲ ਸੰਬੰਧ ਰੱਖਦੇ,
ਇਹ ਜੇ ਅਸੀਂ ਮੰਗਾਂਗੇ ਸਾਨੂੰ ਮਿਲ ਵੀ ਜਾਣਗੇ, ਤੇ ਜਦੋਂ ਸਾਡਾ ਸਰੀਰ ਖਤਮ ਹੋ ਗਿਆ, ਸਰੀਰ ਦੇ ਨਾਲ ਇੱਧਰ ਹੀ ਖਤਮ ਹੋ ਜਾਂਦੇ, ਇਹਨਾਂ ਦੇ ਵਿੱਚੋਂ ਸਾਡੇ ਨਾਲ ਕੁਛ ਨਹੀਂ ਜਾਂਦਾ। ਚਾਹੇ ਉਹ ਧਰਮ ਹੈ, ਚਾਹੇ ਕਾਮ, ਚਾਹੇ ਮੋਖ, ਚਾਹੇ ਅਰਥਚਾਰਾ, ਤਿੰਨ ਨੇ ਜਿਹੜੇ, ਇਹ ਤਿੰਨ ਸਰੀਰ ਦੇ ਨਾਲ ਸੰਬੰਧ ਇੱਥੇ ਹੀ ਰਹਿ ਜਾਂਦੇ। ਜਿਹੜਾ ਮੋਖ ਦਾ ਹੱਟ ਚੌਥਾ, ਉਹ ਸਾਡੇ ਮਨ ਨਾਲ ਸੰਬੰਧ ਹੈ। ਇਸ ਲਈ ਮਹਾਰਾਜ ਦੱਸਦੇ, ਕਹਿੰਦੇ ਸਤਿਗੁਰ ਕੇ ਬਸ ਚਾਰ ਪਦਾਰਥ, ਤੀਨ ਸਮਾਏ ਇੱਕ ਕਰਤਾਰਥ। ਬਈ ਸਤਿਗੁਰ ਦੇ ਪਾਸੇ ਚਾਰ ਪਦਾਰਥ ਜਿਹੜੇ ਤਿੰਨ ਨੇ, ਉਹ ਸਰੀਰ ਨਾਲ ਸੰਬੰਧ ਰੱਖਦੇ, ਜਦੋਂ ਸਰੀਰ ਖਤਮ ਹੋ ਗਿਆ ਨਾਲ ਹੀ ਖਤਮ ਹੋ ਜਾਂਦੇ। ਜਿਹੜਾ ਚੌਥਾ ਮੋਖ ਦਾ ਹੱਟ, ਉੱਥੋਂ ਅਸੀਂ ਕਰਤਾਰਥ ਹੋਣਾ, ਅਸੀਂ ਮੁਕਤ ਹੋਣਾ, ਉੱਥੋਂ ਸਾਨੂੰ ਅਮਰ ਪਦ ਵੀ ਮਿਲਣੀ। ਹੁਣ ਆਪਾਂ ਨੂੰ ਫਿਰ ਗੁਰਮੁਖ ਦੱਸਦੇ, ਜਦੋਂ ਅਸੀਂ ਸਾਧ ਜਨਾਂ ਦੀ ਸੇਵਾ ਤੇ ਲੱਗਦੇ, ਉਹਨਾਂ ਦੀ ਸੇਵਾ ਕੀ, ਅਸੀਂ ਸਿਮਰਨ ਕਰਦੇ, ਸਾਧ ਸੰਗਤ ਕਰਦੇ, ਫਿਰ ਉਹ ਸਾਨੂੰ ਦੱਸਦੇ ਵੀ ਤੁਸੀਂ ਮੋਖ ਦਾ ਹੱਟ ਜਿਹੜਾ ਉਹਦੇ ਤੇ ਜਾਓ। ਉਹ ਜਿਹੜਾ ਹੱਟ ਉਹ ਸਤਿਗੁਰ ਦੇ ਵੱਸ ਹੈ, ਉੱਥੋਂ ਸਾਨੂੰ ਮਨ ਵਾਸਤੇ ਮਿਲਣਾ ਸੌਦਾ। ਫਿਰ ਅਸੀਂ ਚਾਰਾਂ, ਜਦੋਂ ਸਾਨੂੰ ਹੱਟਾਂ ਦਾ ਭੇਤ ਆ ਜਾਂਦਾ, ਫਿਰ ਸਾਨੂੰ ਸਮਝ ਲੱਗਦੀ ਵੀ ਪਹਿਲਾਂ ਤਾਂ ਅਸੀਂ ਇਹ ਸਰੀਰ ਵਾਸਤੇ ਮੰਗੀ ਜਾਂਦੇ, ਤਿੰਨ ਹੀ ਮੰਗੀ ਜਾਂਦੇ, ਜਿਹੜਾ ਚੌਥਾ ਉਹ ਤਾਂ ਅਸੀਂ ਵਿਸਾਰ ਹੀ ਦਿੱਤਾ। ਫਿਰ ਸਾਨੂੰ ਸਮਝਾਉਂਦੇ ਵੀ ਜੇ ਅਸੀਂ ਉਹ ਚੌਥੇ ਨੂੰ ਵਿਸਾਰ ਦਿੱਤਾ, ਮੋਖ ਦੇ ਹੱਟ ਨੂੰ, ਨਾਮ ਨੂੰ, ਤੇ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰ ਜਾਂਗੇ। ਅਸੀਂ ਇਸੋਂ ਵਾਪਸ ਜਦੋਂ ਜਾਵਾਂਗੇ, ਜੁਗਨਾ ਜੀ ਜਾਵਾਂਗੇ, ਅਸੀਂ ਜੀਵਨ ਦੀ ਬਾਜੀ ਨੂੰ ਜਿੱਤ ਨਹੀਂ ਸਕਦੇ। ਜੈਸ ਨੂੰ ਮਾਰੇ ਫਰਮਾਉਂਦੇ, ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਇੱਕ ਵਿਸਾਰ ਬਈ ਜਿਹੜਾ ਇਹ ਅਸੀਂ ਜਦੋਂ ਆਏ, ਚਾਰਾਂ ਪਦਾਰਥਾਂ ਦਾ ਸਾਨੂੰ ਗਿਆਨ ਦੇ ਕੇ ਭੇਜਿਆ ਜਾਂਦਾ, ਬਈ ਅਸੀਂ ਇਹ ਤਿੰਨ ਤਾਂ ਲੈਣੇ ਸ਼ੁਰੂ ਕਰ ਦਿੱਤੇ, ਜਿਹੜਾ ਉਹ ਚੌਥਾ ਸੀ ਉਹਨੂੰ ਵਿਸਾਰ ਦਿੱਤਾ, ਉਹਨੂੰ ਭੁੱਲ ਗਏ। ਬਈ ਤਿੰਨ ਸੀ ਜਿਹੜੇ ਧਰਮ, ਸਚੋ ਗੁਣੀ, ਇਹਦਾ ਵੀ ਸਾਨੂੰ ਪਤਾ, ਇੱਥੋਂ ਵੀ ਅਸੀਂ ਸੌਦਾ ਲੈਂਦੇ ਸਚੋ ਗੁਣ ਤੋਂ, ਅਰਥਚਾਰਾ ਵੀ ਲੈਂਦੇ ਰਜੋ ਗੁਣ ਤੋਂ, ਤਮੋ ਗੁਣ ਤੋਂ, ਮੋਖ ਦਾ ਜਿਹੜਾ ਕਾਮ ਦਾ ਸੌਦਾ ਵੀ ਲੈਂਦੇ। ਪਰ ਜਿਹੜਾ ਚੌਥਾ ਸੀ ਉਹ ਮੋਖ ਦਾ, ਉਹਨੂੰ ਵਿਸਾਰ ਦਿੱਤਾ, ਦਸਵੇਂ ਦਵਾਰ ਨਿਜ ਮਹਿਲ ਨੂੰ ਭੁੱਲ ਗਏ। ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਹੁਣ ਇਹ ਨਿਜ ਮਹਿਲ ਥਿਰ ਘਰ 'ਚ ਜਾਓ, ਤਾਂ ਕਿ ਸਾਨੂੰ ਮਨ ਵਾਸਤੇ ਸੌਦਾ ਮਿਲੇ, ਅਸੀਂ ਜੀਵਨ ਮੁਕਤ ਹੋਈਏ, ਤਾਂ ਕਿ ਸਾਨੂੰ ਨਾਮ ਦੀ ਜਿਹੜੀ ਦਾਤ ਹੈ ਉਹ ਮਿਲੇ। ਫਿਰ ਜਦੋਂ ਆਪਾਂ ਸਾਧੂ ਜਨਾਂ ਦਾ ਸੰਗ ਕਰਦੇ, ਉਹ ਸਾਨੂੰ ਇਹਨਾਂ ਚਾਰਾਂ ਪਦਾਰਥਾਂ ਦਾ ਭੇਤ ਦਿੰਦੇ ਹੋਏ, ਫਿਰ ਉਹ ਸਾਨੂੰ ਦੱਸਦੇ ਵੀ ਸਾਡੇ ਮਨ ਵਾਸਤੇ ਜੋ ਹੈ ਉਹ ਮੋਖ ਦਾ ਹੱਟ ਹੈ, ਸਾਡੇ ਮਨ ਵਾਸਤੇ ਸਾਰਾ ਕੁਝ ਨਾਮ ਹੈ। ਫਿਰ ਆਪਾਂ ਆਪਦੇ ਮਨ ਵਾਸਤੇ ਮੰਗਦੇ ਹਾਂ, ਫਿਰ ਅਸੀਂ ਆਪਦੇ ਵਾਸਤੇ ਮੰਗਦੇ, ਪਹਿਲਾਂ ਤਾਂ ਅਸੀਂ ਬਗਾਨਿਆਂ ਵਾਸਤੇ ਮੰਗੀ ਜਾਂਦੇ, ਬਗਾਨਾ ਕੀ ਹੈ, ਸਰੀਰ, ਸਰੀਰ ਵਾਸਤੇ ਮੰਗੀ ਜਾਂਦੇ। ਤੇ ਇਸ ਵਾਸਤੇ ਫਿਰ ਸਾਧੂ ਜਨ ਸਾਨੂੰ ਭੇਜ ਦਿੰਦੇ, ਜਦੋਂ ਅਸੀਂ ਉਹਨਾਂ ਦੀ ਸੇਵਾ 'ਤੇ ਲੱਗਦੇ, ਉਹ ਇਹਨਾਂ ਚਾਰਾਂ ਦਾ ਹੀ ਸਾਨੂੰ ਭੇਜ ਦੇ ਦਿੰਦੇ। ਤੇ ਜਦੋਂ ਸਾਨੂੰ ਨਾਮ ਦੀ ਪ੍ਰਾਪਤੀ ਹੋ ਗਈ, ਫਿਰ ਇਹ ਸਾਨੂੰ ਚਾਰਾਂ ਦੀ ਕਿਸੇ ਦੀ ਕਮੀ ਆਉਂਦੀ ਨਹੀਂ ਹੈ। ਫਿਰ ਇਹ ਧਰਮੀ ਹੱਟ ਦਾ ਵੀ ਸਾਨੂੰ ਗਿਆਨ ਹੋ ਜਾਂਦਾ, ਅਰਥਚਾਰਾ ਸਾਡਾ ਉਹ ਵੀ ਸਹਿ ਸੁਭਾਅ ਚੱਲਦਾ ਜਾਂਦਾ। ਜਿਹੜਾ ਤਮੋ ਗੁਣੀ ਹੱਟ, ਉੱਥੋਂ ਵੀ ਅਸੀਂ ਜੇ ਲੋੜ ਮੁਤਾਬਕ ਸੌਦਾ ਲੈਣਾ ਹੁਕਮ ਦੇ ਵਿੱਚ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਸਾਨੂੰ ਲਾਹਾ ਹੁੰਦਾ ਸਾਧੂ ਜਨਾਂ ਦੀ ਸੰਗਤ ਦਾ। ਫਿਰ ਇਹ ਸਾਨੂੰ ਚਾਰਾਂ ਪਦਾਰਥਾਂ ਦਾ ਭੇਤ ਆ ਜਾਂਦਾ, ਉਹਨਾਂ ਦਾ ਸਾਨੂੰ ਗਿਆਨ ਹੋ ਜਾਂਦਾ। ਫਿਰ ਮਹਾਰਾਜ ਅੱਗੇ ਦੱਸਦੇ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਰਿਦੇ ਸਦ ਗਾਵੇ। ਮਹਾਰਾਜ ਕਹਿੰਦੇ ਜੇ ਕੋਈ ਜੀਵ ਚਾਹੁੰਦਾ ਵੀ ਮੇਰਾ ਦੁੱਖ ਖਤਮ ਹੋ ਜੇ, ਮੈਂ ਸਦਾ ਸੁਖੀ ਹੋ ਜਾਵਾਂ, ਫਿਰ ਉਹ ਮਾਲਕ ਦਾ ਜਿਹੜਾ ਸਿਮਰਨ ਹੈ ਉਹ ਸਦਾ ਹੀ ਸਿਮਰਨ ਕਰੇ। ਹਰ ਹਰ ਨਾਮ ਰਿਦੇ ਸਦ ਗਾਵੇ, ਵੀ ਸਦਾ ਹੀ ਮਾਲਕ ਦੇ ਗੁਣ ਗਾਵੇ, ਸਦਾ ਹੀ ਉਹ ਮਾਲਕ ਦਾ ਸਿਮਰਨ ਕਰਦਾ ਰਹੇ।
ਜਦੋਂ ਹੁਣ ਆਪਾਂ ਇਹ ਲਗਾਤਾਰ ਸਿਮਰਨ ਕਰਦੇ ਰਵਾਂਗੇ, ਸਾਸ ਕੇ ਰਸ, ਤਾਈਓ ਆਪਾਂ ਵਾਰ-ਵਾਰ ਇਹ ਵਿਚਾਰ ਕਰਦੇ ਵੀ ਅਸੀਂ ਬਹਿੰਦੇ ਉੱਠਦੇ ਕੰਮ ਕਰਦੇ ਸਿਮਰਨ ਕਰਦੇ ਹੀ ਰਹਿਣਾ। ਇਹ ਮਾਲਕ ਦੇ ਗੁਣ ਨੇ, ਇਹ ਅਸੀਂ ਗਾਉਂਦੇ ਹੀ ਰਹਿਣਾ। ਜਦੋਂ ਅਸੀਂ ਮਾਲਕ ਦੇ ਗੁਣ ਗਾਉਂਦੇ ਰਵਾਂਗੇ, ਸਿਮਰਨ ਕਰਦੇ ਰਵਾਂਗੇ, ਤੇ ਸਾਡੇ ਜਿਹੜੇ ਦੁੱਖ ਮਨ ਦੇ ਸਾਰੇ ਮਿਟ ਜਾਣਗੇ। ਫੇਰ ਮਹਾਰਾਜ ਦੱਸਦੇ, ਜੇ ਕੋ ਆਪਣੀ ਸੋਭਾ ਲੋਰੇ, ਸਾਧ ਸੰਗੇ ਹਉਮੈ ਛੋਰੇ। ਜੇ ਕੋਈ ਜੀਵ ਚਾਹੁੰਦਾ ਵੀ ਮੇਰੀ ਸੋਭਾ ਹੋਵੇ, ਮੇਰੀ ਵਡਿਆਈ ਹੋਵੇ, ਮਹਾਰਾਜ ਕਹਿੰਦੇ ਉਹ ਫਿਰ ਸਾਧ ਸੰਗਤ ਕਰੇ, ਤੇ ਸਾਧ ਸੰਗਤ ਦੇ ਵਿੱਚ ਆ ਕੇ ਆਪਦੀ ਜਿਹੜੀ ਹਉਮੈ ਨੂੰ ਛੱਡ ਦੇਵੇ, ਤੇ ਉਹਦੀ ਸੋਭਾ ਵਡਿਆਈ ਮਾਲਕ ਆਪ ਕਰਾ ਦਿੰਦਾ ਹੈ। ਕਿਉਂਕਿ ਹਉਮੈ ਜਿਹੜੀ ਹੈ ਇਹ ਇੱਕ ਸਾਧ ਰੋਗ ਹੈ। ਜੇ ਅਸੀਂ ਹਉਮੈ ਨਾ ਛੱਡੀ ਤੇ ਅਸੀਂ ਵਾਪਸ ਫੇਰ ਜੂਨਾਂ 'ਚ ਵਾਪਸ ਮੁੜ ਜਾਂਦੇ। ਜਿਸ ਨੂੰ ਮਾਰੇ ਕਹਿੰਦੇ ਹਉਮੈ ਹੀ ਬੰਧਨਾ, ਫਿਰ ਜੂਨੀ ਪਾਈ, ਕਿ ਹਉਮੈ ਦੇ ਵਿੱਚ ਹੋਣ ਕਰਕੇ ਅਸੀਂ ਵਾਰ-ਵਾਰ ਜੰਮਦੇ ਮਰਦੇ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਹਾਂ। ਇਸ ਲਈ ਮਹਾਰਾਜ ਕਹਿੰਦੇ, ਜੇ ਕੋਈ ਜੀਵ ਚਾਹੁੰਦਾ ਵੀ ਮੇਰੀ ਸੋਭਾ ਹੋਵੇ, ਜਿਵੇਂ ਸੰਸਾਰ ਦੇ ਵਿੱਚ ਤਾਂ ਹੁਣ ਜੀਵ ਕੀ ਕਰਦਾ, ਉਹ ਜੀਵ ਸੰਸਾਰ ਦੇ ਵਿੱਚ ਕਰਮ ਕਰਦਾ ਕੋਈ ਐਸਾ ਵੀ ਮੈਨੂੰ ਸੰਸਾਰ 'ਚ ਜੀਵ ਚੇਤੇ ਰੱਖਣ, ਮੇਰੀ ਸੋਭਾ ਕਰਨ, ਮੇਰੀ ਵਡਿਆਈ ਕਰਨ। ਉਹਦੇ ਵਾਸਤੇ ਫਿਰ ਉਹ ਕੋਈ ਨਾ ਕੋਈ ਸਾਧਨ ਅਪਣਾਉਂਦਾ ਵੀ ਮੈਂ ਸੰਸਾਰ 'ਚ ਕੋਈ ਐਸੀ ਚੀਜ਼ ਬਣਾ ਜਾਂ ਐਸਾ ਕੁਛ ਕਰ ਜਾਵਾਂ ਵੀ ਲੋਕ ਮੈਨੂੰ ਚੇਤੇ ਕਰਦੇ ਰਹਿਣ ਮਗਰੋਂ। ਹੁਣ ਉਹਨਾਂ ਨੂੰ ਕੋਈ ਜੀਵ ਬਹੁਤਾ ਸਮਾਂ ਚੇਤੇ ਨਹੀਂ ਕਰਦਾ। ਕੋਈ ਜੀਵ ਸੰਸਾਰ ਦੇ ਵਿੱਚ ਕਿੰਨਾ ਕੁ ਸਮਾਂ ਕੋਈ ਆਪਦੇ ਇਲਾਕੇ ਲਈ ਥੋੜ੍ਹਾ ਜਿਹਾ ਕੁਛ ਕਰ ਲਏਗਾ, ਉਹ ਥੋੜ੍ਹਾ ਜਿਹਾ ਟਾਈਮ ਜੀਵਨ ਨੂੰ ਚੇਤੇ ਰੱਖਣਗੇ, ਮੁੜ ਕੇ ਫਿਰ ਭੁੱਲ ਜਾਣਗੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਬਈ ਇਹ ਕੋਈ ਤਰੀਕਾ ਨਹੀਂ ਹੈ ਬਈ ਸੰਸਾਰ ਦੇ ਵਿੱਚ ਸੋਭਾ ਖੱਟਣ ਦਾ। ਜੇ ਤੁਸੀਂ ਆਪਦੀ ਸੋਭਾ ਚਾਹੁੰਦੇ ਹੋ ਵਡਿਆਈ, ਇਹ ਤੁਸੀਂ ਹਉਮੈ ਦਾ ਤਿਆਗ ਕਰੋ, ਹਉਮੈ ਨੂੰ ਛੱਡੋ। ਤੇ ਜਿਹੜੀ ਹਉਮੈ ਹੈ ਉਹ ਫਿਰ ਨਾਮ ਤੋਂ ਬਿਨਾਂ ਛੱਡੀ ਨਹੀਂ ਜਾਂਦੀ। ਜਦ ਤੱਕ ਅਸੀਂ ਨਾਮ ਦੇ ਨਾਲ ਜੁੜਦੇ ਨਹੀਂ, ਇਹ ਹਉਮੈ ਦਾ ਨਾਸ ਨਹੀਂ ਹੁੰਦਾ, ਹਉਮੈ ਖਤਮ ਨਹੀਂ ਹੁੰਦੀ ਹੈ। ਇਸ ਕਰਕੇ ਫਿਰ ਕਹਿੰਦੇ ਨਾਮ ਦਾ ਭੇਦ ਲੈਣ ਵਾਸਤੇ ਸਾਨੂੰ ਸਤ ਸੰਗਤ ਕਰਨੀ ਪੈਂਦੀ। ਜਦੋਂ ਅਸੀਂ ਸਾਧ ਸੰਗਤ ਚਾਹੁੰਦੇ ਹਾਂ, ਫਿਰ ਇੱਥੇ ਆ ਕੇ ਸਾਡਾ ਜਿਹੜਾ ਮਨ ਹੈ ਹਉਮੈ ਤੋਂ ਰਹਿਤ ਹੋ ਜਾਂਦਾ। ਜਦੋਂ ਆਪਾਂ ਸਤ ਸੰਗਤ ਕਰਦੇ ਹਾਂ, ਸਾਧ ਸੰਗਤ ਦੇ ਵਿੱਚ ਐਸੇ ਗੁਰਮੁਖ ਹੁੰਦੇ ਅੱਗੇ ਦੀ ਅੱਗੇ ਅਵਸਥਾ ਵਾਲੇ। ਜੇ ਆਪਾਂ 2 ਘੰਟੇ ਸਿਮਰਨ ਕਰਦੇ ਹਾਂ ਦਿਹਾੜੀ 'ਚ, ਕਈ ਐਸੇ ਗੁਰਮੁਖ ਜਿਹੜੇ 4 ਘੰਟੇ ਕਰਦੇ। ਜੇ ਅਸੀਂ 4 ਘੰਟੇ ਸਿਮਰਨ ਕਰਦੇ ਹਾਂ, ਕਈ ਐਸੇ ਗੁਰਮੁਖ ਜਿਹੜੇ 8 ਘੰਟੇ ਸਿਮਰਨ ਕਰਦੇ। ਜੇ ਅਸੀਂ 8 ਘੰਟੇ ਸਿਮਰਨ ਕਰਦੇ ਹਾਂ, ਕਈ ਗੁਰਮੁਖ ਐਸੇ ਜਿਹੜੇ ਦਿਨ ਜਾਗਦੇ, ਦਿਨ ਰਾਤ ਅਭਿਆਸ ਕਰਦੇ। ਜੇ ਅਸੀਂ ਦਿਨ ਰਾਤ ਸਿਮਰਨ ਕਰਦੇ ਹਾਂ, ਕਈ ਗੁਰਮੁਖ ਐਸੇ ਅਵਸਥਾ ਵਾਲੇ ਜਿਹੜੇ ਹੋਰਾਂ ਖੰਡਾਂ ਬ੍ਰਹਿਮੰਡਾਂ 'ਚ ਦੀ ਵੀ ਸੈਰ ਕਰਦੇ, ਉੱਥੇ ਵੀ ਜਾਂਦੇ। ਫਿਰ ਇਸ ਕਰਕੇ ਸਤ ਸੰਗਤ ਦੇ ਵਿੱਚ ਜਾ ਕੇ ਸਾਡਾ ਜਿਹੜਾ ਮਨ ਉਹ ਹਉਮੈ ਤੋਂ ਰਹਿਤ ਹੋ ਜਾਂਦਾ। ਵੀ ਜਦੋਂ ਅਸੀਂ ਦੇਖਦੇ ਹਾਂ ਵੀ ਸਾਤੋਂ ਅੱਗੇ ਬੜੇ ਅਵਸਥਾ ਵਾਲੇ ਗੁਰਮੁਖ ਬੈਠੇ, ਤੇ ਉੱਥੇ ਹਉਮੈ ਸਾਡੀ ਖਤਮ ਹੋ ਜਾਂਦੀ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਇਹ ਸਤ ਸੰਗਤ ਦਾ ਸਾਨੂੰ ਲਾਭ ਹੁੰਦਾ। ਫਿਰ ਮਹਾਰਾਜ ਦੱਸਦੇ, ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਨਾਂ ਕੀ ਸਰਨੀ ਪਰੇ। ਜਿਹਨੂੰ ਡਰ ਲੱਗਦਾ ਜਨਮ ਮਰਨ ਤੋਂ, ਬਈ ਵਾਰ-ਵਾਰ ਮੈਂ ਜੰਮਦਾ ਮਰਦਾ, ਇਹ ਮੈਨੂੰ ਗਰਭ ਦੇ ਵਿੱਚ ਪੁੱਠਾ ਲਮਕਣਾ ਪੈਂਦਾ, ਆਹ ਹੋਰਾਂ ਜੂਨਾਂ ਨੂੰ ਆਪਾਂ ਦੇਖਦੇ ਹਾਂ ਉਹਨਾਂ 'ਚ ਕਿੰਨਾ ਦੁੱਖ ਹੈ। ਆਪਾਂ ਨੂੰ ਡਰ ਲੱਗਦਾ ਵੀ ਕਿਤੇ ਅਸੀਂ ਵੀ ਵਾਪਸ ਇਹਨਾਂ ਜੂਨਾਂ 'ਚ ਨਾ ਚਲੇ ਜਾਈਏ, ਮੁੜ ਨਾ ਜਾਈਏ। ਫਿਰ ਮਹਾਰਾਜ ਕਹਿੰਦੇ ਜਿਹੜਾ ਜੀਵ ਨੂੰ ਡਰ ਹੈ ਜਨਮ ਮਰਨ ਦਾ, ਉਹ ਸਾਧੂ ਜਨਾਂ ਦੀ ਸ਼ਰਨੀ ਪਵੇ, ਉਹਨਾਂ ਦੀ ਸੰਗਤ ਕਰੇ। ਜਦੋਂ ਅਸੀਂ ਸਾਧ ਸੰਗਤ ਕਰਦੇ ਹਾਂ ਤੇ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਅਸੀਂ ਜਨਮ ਮਰਨ ਤੋਂ ਕਿਵੇਂ ਰਹਿਤ ਹੋਣਾ, ਕਿਵੇਂ ਅਸੀਂ ਸਦਾ ਵਾਸਤੇ ਅਮਰ ਹੋਣਾ, ਕਿਵੇਂ ਸਾਡਾ ਜਨਮ ਮਰਨ ਦਾ ਗੇੜ ਕੱਟਿਆ ਜਾਣਾ। ਫਿਰ ਉਹਦੇ ਵਾਸਤੇ ਆਪਾਂ ਨੂੰ ਸਾਧੂ ਜਨ ਦੱਸਦੇ ਵੀ ਤੁਸੀਂ ਸਿਮਰਨ ਕਰੋ। ਜਦੋਂ ਆਪਾਂ ਸਿਮਰਨ ਕਰਦੇ ਹਾਂ
ਫਿਰ ਉਹ ਆਪਾਂ ਨੂੰ ਦੱਸਦੇ ਵੀ ਆਪਣੇ ਅੰਦਰ ਨਾਮ ਪ੍ਰਗਟ ਹੋਏਗਾ, ਉਹ ਨਾਮ ਨੂੰ ਸੁਣਾਂਗੇ, ਸੁਣ ਸੁਣ ਕੇ ਉਹਦੇ ਵਿੱਚ ਸਮਾਵਾਂਗੇ ਤੇ ਸਾਡਾ ਜਨਮ ਮਰਨ ਖੰਡਨ ਹੋ ਜਾਏਗਾ, ਅਸੀਂ ਸਦਾ ਵਾਸਤੇ ਅਮਰ ਹੋ ਜਾਵਾਂਗੇ। ਤੇ ਇਹ ਜਿਹੜਾ ਸਾਡੇ ਅੰਦਰ ਜਨਮ ਮਰਨ ਦਾ ਡਰ ਇਹ ਖਤਮ ਹੋ ਜਾਏਗਾ ਜਦੋਂ ਅਸੀਂ ਪਰਮਾਤਮਾ ਨੂੰ ਮਿਲ ਪਏ। ਇਸ ਲਈ ਫਿਰ ਸਾਨੂੰ ਕਹਿੰਦੇ ਜਿਹਨੂੰ ਜਨਮ ਮਰਨ ਤੋਂ ਡਰ ਲੱਗਦਾ ਉਹ ਸਤ ਸੰਗਤ 'ਚ ਕਰੇ। ਫਿਰ ਮਹਾਰਾਜ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੇ ਬਲ ਬਲ ਜਾਸਾ। ਜਿਨ੍ਹਾਂ ਜੀਵਾਂ ਦੇ ਅੰਦਰ ਮਾਲਕ ਦੇ ਦਰਸ਼ਨਾਂ ਦੀ ਪਿਆਸ ਹੈ, ਪਿਆਸ ਕਿਹਨਾਂ ਦੇ ਅੰਦਰ ਪੈਦਾ ਹੁੰਦੀ? ਜਿਹੜੇ ਫਿਰ ਸਤ ਸੰਗਤ ਕਰਦੇ। ਜਿਉਂ ਅਸੀਂ ਸਤ ਸੰਗਤ ਕਰਦੇ ਸਾਡੇ ਮਨ ਤੋਂ ਮੈਲ ਉਤਰਦੀ, ਸਾਡੇ ਅੰਦਰ ਫਿਰ ਇਹ ਪਿਆਸ ਪੈਦਾ ਹੁੰਦੀ ਮਾਲਕ ਦੇ ਦਰਸ਼ਨਾਂ ਦੀ। ਵੀ ਜਿਹੜਾ ਸਾਡਾ ਮਾਤਾ ਪਿਤਾ ਜਿਹਦੇ ਇੰਨੇ ਗੁਣ ਨੇ, ਵੀ ਅਸੀਂ ਵੀ ਉਹਨੂੰ ਮਿਲੀਏ ਤਾਂ ਸਹੀ, ਅਸੀਂ ਵੀ ਉਹਨੂੰ ਦੇਖੀਏ ਤਾਂ ਸਹੀ ਵੀ ਉਹ ਕਿਹੋ ਜਿਹਾ। ਫਿਰ ਸਾਡੇ ਅੰਦਰ ਜਦੋਂ ਇਹ ਪਿਆਸ ਪੈਦਾ ਹੋ ਗਈ ਮਾਲਕ ਦੇ ਦਰਸ਼ਨਾਂ ਦੀ, ਮਹਾਰਾਜ ਕਹਿੰਦੇ ਵੀ ਜਿਹੜੇ ਪਰਮਾਤਮਾ ਨੂੰ ਮਿਲ ਪਏ ਗੁਰਮੁਖ, ਉਹਨਾਂ ਦੀ ਤਾਂ ਸੋਭਾ ਵਡਿਆਈ ਆਖੀ ਨਹੀਂ ਜਾ ਸਕਦੀ, ਕਿਉਂਕਿ ਉਹਨਾਂ ਦੇ ਪਰਮਾਤਮਾ ਦੇ ਵਿੱਚ ਤਾਂ ਕੋਈ ਫਰਕ ਹੀ ਨਹੀਂ ਰਹਿੰਦਾ। ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਵੀ ਪੈਦਾ ਹੋ ਗਈ, ਸਤਿਗੁਰੂ ਕਹਿੰਦੇ ਅਸੀਂ ਉਹਨਾਂ ਤੋਂ ਵੀ ਵਾਰੇ-ਵਾਰੇ ਬਲਿਹਾਰ ਜਾਂਦੇ ਹਾਂ, ਵਾਰ-ਵਾਰ। ਕਿਉਂਕਿ ਜਿਨ੍ਹਾਂ ਦੇ ਅੰਦਰ ਇਹ ਪਿਆਸ ਪੈਦਾ ਹੋ ਗਈ ਉਹਨਾਂ ਦਾ ਜਿਹੜਾ ਜੀਵਨ ਉਹ ਸਫਲ ਹੋ ਜਾਂਦਾ। ਮਹਾਰਾਜ ਕਹਿੰਦੇ ਸਭ ਜਨਮ ਤਿਨਾ ਕਾ ਸਫਲ ਹੈ, ਦਿਨ ਹਰ ਕੇ ਨਾਮ ਕੀ ਮਨ ਲਾਗੀ ਭੁੱਖਾ। ਜਿਨ੍ਹਾਂ ਨੂੰ ਇਹ ਭੁੱਖ ਲੱਗਣ ਲੱਗੀ ਨਾਮ ਦੀ, ਜਿਨ੍ਹਾਂ ਦੇ ਅੰਦਰ ਪਿਆਸ ਪੈਦਾ ਹੋ ਗਈ ਮਾਲਕ ਦੇ ਦਰਸ਼ਨਾਂ ਦੀ, ਉਹਨਾਂ ਦਾ ਜੀਵਨ ਫਿਰ ਇਹ ਸਫਲ ਹੋ ਜਾਂਦਾ। ਭੁੱਖ ਕਿਵੇਂ ਲੱਗਦੀ? ਜਿਵੇਂ ਹੁਣ ਆਪਾਂ ਨੂੰ ਤਨ ਦੀ ਭੁੱਖ ਲੱਗਦੀ, ਪ੍ਰਸ਼ਾਦੇ ਦੀ ਭੁੱਖ ਲੱਗਦੀ, ਪਾਣੀ ਦੀ ਪਿਆਸ ਲੱਗਦੀ ਆਪਾਂ ਨੂੰ, ਇਸੇ ਤਰ੍ਹਾਂ ਹੀ ਫਿਰ ਸਾਡੇ ਅੰਦਰ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ, ਜਿਹਨੂੰ ਮਹਾਰਾਜ ਕਹਿੰਦੇ ਸਾਚੇ ਨਾਮ ਕੀ ਲਾਗੇ ਭੂਖ। ਵੀ ਜਦੋਂ ਸਾਡੇ ਅੰਦਰ ਇਹ ਭੁੱਖ ਲੱਗਣੀ ਸ਼ੁਰੂ ਹੋ ਗਈ, ਤੇ ਜਦੋਂ ਭੁੱਖ ਲੱਗੇਗੀ ਤੇ ਜਿਵੇਂ ਹੁਣ ਸਾਨੂੰ ਸਰੀਰ ਨੂੰ ਭੁੱਖ ਲੱਗਦੀ, ਆਪਾਂ ਭੁੱਖ ਮਿਟਾਉਣ ਵਾਸਤੇ, ਪਿਆਸ ਮਿਟਾਉਣ ਵਾਸਤੇ ਕੀ ਕਰਦੇ ਹਾਂ? ਆਪਾਂ ਭੋਜਨ ਛਕਦੇ ਹਾਂ, ਪਾਣੀ ਪੀਂਦੇ ਹਾਂ, ਜਲ ਪੀਂਦੇ ਹਾਂ ਤਾਂ ਕਿ ਪਿਆਸ ਬੁੱਝੇ। ਇਸੇ ਤਰ੍ਹਾਂ ਹੀ ਫਿਰ ਜਦੋਂ ਸਾਡੇ ਅੰਦਰ ਹੀ ਪਿਆਸ ਪੈਦਾ ਹੋ ਗਈ ਮਾਲਕ ਦੇ ਦਰਸ਼ਨਾਂ ਦੀ, ਫਿਰ ਅਸੀਂ ਹੋਰ ਉੱਦਮ ਕਰਾਂਗੇ, ਫਿਰ ਅਸੀਂ ਹੋਰ ਮਿਹਨਤ, ਹੋਰ ਅਭਿਆਸ ਕਰਾਂਗੇ ਵੀ ਸਾਨੂੰ ਕਿਉਂ ਨਹੀਂ ਦਰਸ਼ਨ ਹੁੰਦੇ, ਸਾਡੀ ਇਹ ਪਿਆਸ ਬੁਝੇ। ਤੇ ਪਿਆਸ ਬੁਝਣੀ ਕਦੋਂ? ਜਦੋਂ ਮਾਲਕ ਨੂੰ ਮਿਲ ਗਏ ਫਿਰ ਪਿਆਸ ਬੁਝੇਗੀ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਉਹਨਾਂ ਗੁਰਮੁਖਾਂ ਤੇ ਅਸੀਂ ਬਲਿਹਾਰ ਜਾਂਦੇ ਵੀ ਜਿਨ੍ਹਾਂ ਦੇ ਅੰਦਰ ਇਹ ਮਾਲਕ ਦੇ ਦਰਸ਼ਨਾਂ ਦੀ ਪਿਆਸ ਹੀ ਪੈਦਾ ਹੋ ਗਈ। ਫਿਰ ਮਹਾਰਾਜ ਦੱਸਦੇ ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਭਿਮਾਨ। ਮਹਾਰਾਜ ਕਹਿੰਦੇ ਵੀ ਉਹ ਗੁਰਮੁਖ, ਉਹ ਪੁਰਖ ਸਭ ਤੋਂ ਵੱਡਾ ਪ੍ਰਧਾਨ ਹੈ ਵੀ ਜਿਹਨੇ ਸਾਧ ਸੰਗਤ ਕਰਕੇ ਆਪਦੇ ਅੰਦਰੋਂ ਅਭਿਮਾਨ ਸੀ ਜਿਹੜਾ ਉਹਨੂੰ ਖਤਮ ਕਰ ਲਿਆ। ਕਿਉਂਕਿ ਸੰਸਾਰ ਦੇ ਵਿੱਚ ਅਭਿਮਾਨ ਛੱਡਣਾ ਬੜਾ ਔਖਾ। ਜੀਵ ਸੰਸਾਰ ਦੀ ਮਾਇਆ ਪੈਸਾ ਧੇਲਾ ਛੱਡ ਦਿੰਦਾ, ਪਰ ਜਿਹੜਾ ਅਭਿਮਾਨ ਹੈ ਉਹ ਅਭਿਮਾਨ ਨਹੀਂ ਛੱਡਦਾ। ਅਭਿਮਾਨ ਦੀ ਖਾਤਰ ਇਹ ਪੈਸਾ ਵੀ ਪਾਣੀ ਵਾਂਗੂ ਬਹਾ ਦਿੰਦਾ, ਕਿਉਂਕਿ ਅਭਿਮਾਨ ਵੱਡਾ ਉਦੋਂ ਪੈਸੇ ਤੋਂ। ਇਸ ਲਈ ਮਹਾਰਾਜ ਕਹਿੰਦੇ ਕਬੀਰ ਮਾਇਆ ਤਜੀ ਤਾਂ ਕਿਆ ਪਿਆ, ਜੋ ਵੀ ਜਿਹੜਾ ਅਭਿਮਾਨ ਹੈ ਅਭਿਮਾਨ ਤਜਿਆ ਨਾ ਜਾਏ। ਕਿਉਂਕਿ ਜਿਹੜਾ ਅਭਿਮਾਨ ਹੈ ਇਹ ਔਖਾ ਛੱਡਣਾ। ਜਦ ਤੱਕ ਅਸੀਂ ਸਿਮਰਨ ਨਹੀਂ ਕਰਦੇ ਉਹਨਾਂ ਸਮਾਂ ਛੱਡਿਆ ਨਹੀਂ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਵੀ ਉਹ ਪੁਰਖ ਫਿਰ ਪ੍ਰਧਾਨ ਹੈ ਜਿਹਨੇ ਸਤ ਸੰਗਤ ਕਰਕੇ ਅਭਿਮਾਨ ਸੀ, ਜਿਹੜਾ ਹੰਕਾਰ ਸੀ, ਇਸ ਨੂੰ ਖਤਮ ਕਰ ਲਿਆ। ਫਿਰ ਮਹਾਰਾਜ ਕਹਿੰਦੇ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ। ਜਿਹਨੇ ਅਭਿਮਾਨ ਖਤਮ ਕਰ ਲਿਆ ਉਹ ਨੀਵਾਂ ਹੋ ਗਿਆ, ਆਪਦੇ ਆਪ ਨੂੰ ਉਹ ਨਿਮਾਣਾ ਹੋ ਜਾਂਦਾ। ਤੇ ਜਿਹੜਾ ਆਪਦੇ ਆਪ ਨੂੰ ਨੀਵਾਂ ਸਮਝਦਾ
ਉਹ ਆਤਮਿਕ ਤੌਰ ਤੇ ਅੰਦਰੋਂ ਉੱਚਾ ਹੋ ਜਾਂਦਾ, ਮਾਲਕ ਉਹਨੂੰ ਅੰਦਰੋਂ ਉੱਚਾ ਕਰ ਦਿੰਦਾ। ਇਸ ਵਾਸਤੇ ਫਿਰ ਇਹ ਜਿਹੜਾ ਗੁਰੂ ਨਾਨਕ ਦਾ ਘਰ ਹੈ, ਇਹ ਘਰ ਨੀਵਿਆਂ ਦਾ। ਜਿੰਨਾ ਅਸੀਂ ਮਨ ਕਰਕੇ ਨੀਵੇਂ ਹੋਵਾਂਗੇ, ਉਨਾ ਹੀ ਅਸੀਂ ਸੁਖੀ, ਉਨਾ ਹੀ ਅਸੀਂ ਆਨੰਦ ਅਵਸਥਾ ਦੇ ਵਿੱਚ ਚਲੇ ਜਾਵਾਂਗੇ। ਜਿੰਨਾ ਸਾਡੇ ਅੰਦਰ ਅਭਿਮਾਨ ਹੋਏਗਾ, ਉਨਾ ਅਸੀਂ ਦੁਖੀ ਹੋਵਾਂਗੇ, ਉਨਾ ਹੀ ਮਨ ਸ਼ਾਂਤ ਹੋਏਗਾ, ਉਨਾ ਹੀ ਹਉਮੈ ਹੰਕਾਰ ਦੇ ਵਿੱਚ ਜਲੇਗਾ। ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਜੇ ਤੁਸੀਂ ਸੁੱਖ ਲੈਣਾ, ਤੁਸੀਂ ਮਨ ਕਰਕੇ ਇੰਨੇ ਨੀਵੇਂ ਹੋ ਜਾਓ। ਗੁਰੂ ਨਾਨਕ ਦੇਵ ਜੀ ਕਹਿੰਦੇ ਬਈ ਜਿਵੇਂ ਨੀਵੀਂ ਜਾਤ ਦੇ ਜੀਵਨ, ਨੀਵੀਂ ਜਾਤ ਤੋਂ ਨੀਚਾਂ ਤੋਂ ਵੀ ਨੀਚ ਹੋ ਜਾਓ। ਜਿੰਨਾ ਅਸੀਂ ਨੀਚ ਨੀਵੇਂ ਹੋ ਜਾਵਾਂਗੇ ਮਨ ਕਰਕੇ, ਉਨਾ ਹੀ ਅਸੀਂ ਸੁਖੀ ਹੋ ਜਾਵਾਂਗੇ। ਮਹਾਰਾਜ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿਸੇ ਨੀਚ ਸੰਭਾਲੀਣ ਤਿਥੇ ਨਦਰ ਤੇਰੀ ਬਖਸ਼ੀਸ਼। ਮਹਾਰਾਜ ਕਹਿੰਦੇ ਜਿੰਨੇ ਅਸੀਂ ਨੀਵੇਂ ਹੋਵਾਂਗੇ, ਉਨਾ ਹੀ ਅਸੀਂ ਸੁਖੀ। ਤੇ ਜਿਹੜੇ ਵੱਡੇ, ਜਿਨ੍ਹਾਂ ਦੇ ਅੰਦਰ ਹਉਮੈ ਹੰਕਾਰ, ਮਹਾਰਾਜ ਕਹਿੰਦੇ ਵੀ ਨਾਨਕ ਮਾਲਕ ਕਿਹਨਾਂ ਦੇ ਨਾਲ ਹੈ? ਜਿਹੜੇ ਨੀਵੇਂ ਨੇ, ਜਿਹੜੇ ਨਿਮਾਣੇ ਨੇ। ਨਾਨਕ ਤਿਨ ਕੇ ਸੰਗ ਸਾਥ, ਵੀ ਉਹਨਾਂ ਦੇ ਸੰਗ ਸਾਥ ਆ। ਵੱਡਿਆਂ ਸਿਉ ਕਿ ਰੀਸ, ਵੀ ਜਿਹੜੇ ਵੱਡੇ, ਜਿਹੜੇ ਹਉਮੈ ਹੰਕਾਰ ਦੇ ਵਿੱਚ, ਉਹ ਤਾਂ ਸੜਦੇ ਹੀ ਸੜਦੇ ਨੇ, ਉਹ ਸੁਖੀ ਨਹੀਂ ਹੈ, ਉਹ ਤਾਂ ਦੁਖੀ ਨੇ। ਇਸ ਵਾਸਤੇ ਕਹਿੰਦੇ ਜਿੰਨੇ ਅਸੀਂ ਮਨ ਕਰਕੇ ਨੀਵੇਂ ਹੋਵਾਂਗੇ, ਉਨੇ ਅਸੀਂ ਸੁਖੀ ਹੋ ਜਾਵਾਂਗੇ। ਹੁਣ ਇਹ ਮਨ ਹੈ ਜਿਹੜਾ ਸਾਡਾ ਗੱਲਾਂ ਬਾਤਾਂ ਨਾਲ ਨੀਵਾਂ ਨਹੀਂ ਹੁੰਦਾ। ਉਹਦਾ ਅਸੀਂ ਬੇਸ਼ੱਕ ਗੱਲੀ ਕਹੀ ਚੱਲੀਏ, ਅਸੀਂ ਬੜੇ ਨਿਮਾਣੇ ਹਾਂ ਜੀ, ਸਾਡੇ ਵਿੱਚ ਬੜੇ ਔਗਣ ਨੇ ਜੀ, ਅਸੀਂ ਸਭ ਤੋਂ ਬੁਰੇ ਹਾਂ, ਪਰ ਇਹ ਸਾਡਾ ਮਨ ਨਹੀਂ ਮੰਨਦਾ। ਮਨ ਫਿਰ ਵੀ ਕਹਿੰਦਾ ਨਹੀਂ ਬਈ ਮੈਂ ਬੁਰਾ ਨਹੀਂ ਹੈ ਇੰਨਾ, ਮੈਂ ਫਿਰ ਵੀ ਠੀਕ ਹਾਂ, ਮੇਰੇ ਤੋਂ ਹੋਰ ਵੀ ਬੁਰੇ ਨੇ। ਉਹ ਇਸੇ ਕਰਕੇ ਫਿਰ ਦੂਸਰਿਆਂ ਦੀ ਨਿੰਦਿਆ ਕਰਦਾ, ਤਾਈਓ ਦੂਸਰਿਆਂ ਨਾਲ ਵੈਰ ਵਿਰੋਧ ਕਰਦਾ, ਈਰਖਾ ਕਰਦਾ, ਨਫ਼ਰਤ ਕਰਦਾ। ਹੁਣ ਇਹ ਸਾਡਾ ਮਨ ਨੀਵਾਂ ਹੁੰਦਾ ਸਿਮਰਨ ਕਰਕੇ। ਜਿਉਂ-ਜਿਉਂ ਅਸੀਂ ਅਭਿਆਸ ਵਧਾਵਾਂਗੇ, ਸਿਮਰਨ ਕਰਾਂਗੇ, ਸਾਡੇ ਮਨ ਤੋਂ ਮੈਲ ਉਤਰੇਗੀ, ਫਿਰ ਇਹਨੇ ਨੀਵਾਂ ਹੋਣਾ। ਜੇ ਮਨ ਮੈਲਾ ਹੈ ਤੇ ਫਿਰ ਇਹ ਨੀਵਾਂ ਨਹੀਂ ਹੁੰਦਾ, ਫਿਰ ਇਹ ਸਗੋਂ ਤੇ ਹੋਰ ਹੰਕਾਰੀ ਹੋ ਜਾਂਦਾ, ਫਿਰ ਹੋਰ ਹਉਮੈ ਵਿੱਚ ਹੁੰਦਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਮਨ ਨੂੰ ਨੀਵਾਂ ਕਰਨ ਵਾਸਤੇ ਆਪਾਂ ਸਿਮਰਨ ਕਰਦੇ ਹਾਂ, ਤੇ ਨਾਲ ਨਾਲ ਇਹਨੂੰ ਗਿਆਨ ਦੀ ਮੱਤ ਦਿੰਦੇ, ਗੁਰੂ ਦੀ ਮੱਤ। ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਮਨ ਸਭ ਤੋਂ ਨੀਵਾਂ ਹੋ ਗਿਆ, ਵੀ ਸਾਰਿਆਂ ਦੀ ਚਰਨ ਧੂੜੀ ਬਣ ਗਈ, ਇਹ ਇੰਨਾ ਨੀਵਾਂ ਹੋ ਗਿਆ, ਫਿਰ ਉਹ ਹਰ ਇੱਕ ਥਾਂ, ਹਰ ਇੱਕ ਦੇ ਵਿੱਚ ਉਹ ਮਾਲਕ ਪਰਮਾਤਮਾ ਨਿਰੰਕਾਰ ਨੂੰ ਦੇਖ ਲੈਂਦਾ, ਜਿੰਨਾ ਨੀਵਾਂ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਜਾ ਕਾ ਮਨ ਹੋਏ ਸਗਲ ਕੀ ਰੇਨਾ, ਹਰ ਹਰ ਨਾਮ ਤਨ ਘਟ ਘਟ ਚੀਨਾ। ਵੀ ਜਿਹੜਾ ਸਾਰਿਆਂ ਦੀ ਰੇਣ ਹੁੰਦਾ ਧੂੜ, ਵੀ ਜਿਹੜਾ ਮਨ ਇੰਨਾ ਨੀਵਾਂ ਹੋ ਗਿਆ, ਚਰਨ ਧੂੜੀ ਹੋ ਗਿਆ। ਫਿਰ ਮਹਾਰਾਜ ਕਹਿੰਦੇ ਵੀ ਉਹਨੇ ਘਟ ਘਟ ਦੇ ਵਿੱਚ ਉਸ ਮਾਲਕ ਨੂੰ ਚੀਨ ਲਿਆ, ਮਾਲਕ ਨੂੰ ਦੇਖ ਲੈਂਦਾ, ਜਿਹੜਾ ਮਨ ਨੀਵਾਂ ਹੁੰਦਾ, ਜਿਹੜਾ ਨਿਮਾਣਾ ਹੁੰਦਾ। ਜੇ ਮਨ ਹਉਮੈ ਹੰਕਾਰ ਵਿੱਚ, ਫਿਰ ਉਹ ਨੀਵਾਂ ਕਿੱਥੋਂ ਹੁੰਦਾ? ਫਿਰ ਤਾਂ ਉਹ ਦੂਸਰਿਆਂ ਦੀ ਨਿੰਦਿਆ ਕਰਦਾ, ਦੂਸਰਿਆਂ ਦੇ ਔਗਣ ਫਰੋਲਦਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਮਨ ਨੂੰ ਨੀਵਾਂ ਕਰਨਾ, ਤੇ ਨੀਵਾਂ ਇਹਨੇ ਹੋਣਾ ਗਿਆਨ ਦੁਆਰਾ, ਗੁਰੂ ਦੀ ਮੱਤ ਦੁਆਰਾ, ਤੇ ਇਹ ਅਭਿਆਸ ਦੁਆਰਾ। ਫਿਰ ਮਹਾਰਾਜ ਕਹਿੰਦੇ ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੇ ਸਗਲ ਸ੍ਰਿਸ਼ਟ ਸਾਜਨਾ। ਵੀ ਜਦੋਂ ਅਸੀਂ ਫਿਰ ਇਹ ਅਭਿਆਸ ਕਰਾਂਗੇ, ਸਿਮਰਨ ਕਰਾਂਗੇ, ਸਾਡੇ ਮਨ ਤੇ ਜਿਹੜੀ ਬਰਿਆਈ ਦੀ ਮੈਲ ਲੱਗੀ ਹੈ, ਮੈਲ ਹਟ ਜੇਗੀ। ਜਦੋਂ ਸਾਡਾ ਮਨ ਸ਼ੁੱਧ ਹੋ ਗਿਆ, ਫਿਰ ਸਾਨੂੰ ਸਾਰੇ ਸਾਡੇ ਸੱਜਣ ਮਿੱਤਰ ਹੀ ਨਜ਼ਰ ਆਉਣੇ, ਸਾਨੂੰ ਕੋਈ ਦੁਸ਼ਮਣ ਲੱਗਦਾ ਹੀ ਨਹੀਂ, ਫਿਰ ਸਾਨੂੰ ਕੋਈ ਬੁਰਾ ਲੱਗਦਾ ਹੀ ਨਹੀਂ ਹੈ, ਕਿਉਂਕਿ ਸਾਰੀ ਅਵਸਥਾ ਆਪਣੇ ਮਨ ਦੀ ਹੁੰਦੀ ਹੈ। ਜੋ ਸਾਡੇ ਮਨ ਦੇ ਅੰਦਰ ਹੈ ਉਹ ਸਾਨੂੰ ਅੱਗੇ ਦਿਖਾਈ ਦਿੰਦਾ ਹੈ। ਜਿਵੇਂ ਆਪਾਂ ਸ਼ੀਸ਼ੇ ਅੱਗੇ ਹੁੰਦੇ, ਸਾਡੇ ਮਨ ਨੂੰ ਵੀ ਸ਼ੀਸ਼ਾ ਆਖਿਆ। ਸ਼ੀਸ਼ੇ ਨੂੰ ਕਹਿੰਦੇ ਨੇ ਆਰਸੀ, ਦਰਪਣ, ਜਿਵੇਂ ਗੁਰਬਾਣੀ 'ਚ ਦਰਪਣ ਕਹਿ ਦਿੱਤਾ, ਆਰਸੀ ਕਹਿ ਦਿੱਤਾ।
ਜਿਵੇਂ ਹੁਣ ਆਪਾਂ ਸ਼ੀਸ਼ੇ ਦੇ ਸਨਮੁਖ ਹੁੰਦੇ, ਜਦੋਂ ਸ਼ੀਸ਼ੇ ਦੇ ਅੱਗੇ ਹੁੰਦੇ, ਜਿੱਦਾਂ ਦੀ ਆਪਣੀ ਸ਼ਕਲ ਹੈ ਉਦਾਂ ਦੀ ਉਹ ਸ਼ੀਸ਼ਾ ਦਿਖਾਉਂਦਾ। ਜੇ ਆਪਾਂ ਖੁਸ਼ ਹੋ ਕੇ ਦੇਖਾਂਗੇ, ਹੱਸਦੇ ਉਹ ਹੱਸਦਿਆਂ ਦੀ ਦਿਖਾ ਦੇ, ਜੇ ਆਪਾਂ ਰੋ ਕੇ ਦੇਖਾਂਗੇ ਉਹ ਰੋਂਦਿਆਂ ਦੀ ਦਿਖਾ ਦੇ, ਜੇ ਆਪਾਂ ਗੁੱਸੇ ਨਾਲ ਦੇਖਾਂਗੇ ਉਹ ਗੁੱਸੇ ਨਾਲ ਦਿਖਾ ਦੇਗਾ ਉਦਾਂ ਦੀ। ਹੁਣ ਇਸੇ ਤਰ੍ਹਾਂ ਹੀ ਇਹ ਸਾਡਾ ਮਨ ਦਰਪਣ ਹੈ, ਆਰਸੀ ਸ਼ੀਸ਼ਾ ਹੈ। ਜੋ ਸਾਡੇ ਅੰਦਰ ਹੁੰਦਾ ਉਹ ਸਾਨੂੰ ਦੂਸਰਿਆਂ 'ਚ ਦਿਖਾਈ ਦਿੰਦਾ। ਮਹਾਰਾਜ ਕਹਿੰਦੇ ਜਿਉ ਮਨ ਦੇਖੇ ਪਰ ਮਨ ਤੈਸਾ, ਜੈਸੀ ਮਨਸ਼ਾ ਤੈਸੀ ਦਸ਼ਾ। ਵੀ ਜੋ ਸਾਡੇ ਮਨ ਦੇ ਅੰਦਰ ਹੈ ਉਹ ਸਾਨੂੰ ਦੂਸਰਿਆਂ 'ਚ ਦਿਖਾਈ ਦਿੰਦਾ। ਜੇ ਸਾਨੂੰ ਕੋਈ ਬੁਰਾ ਲੱਗਦਾ, ਅਸਲ 'ਚ ਬੁਰਾਈ ਉਹਦੇ ਅੰਦਰ ਨਹੀਂ ਸਾਡੇ ਅੰਦਰ, ਤਾਂ ਸਾਨੂੰ ਉਹ ਬੁਰਾ ਲੱਗਦਾ। ਜੇ ਹੁਣ ਸਾਡਾ ਮਨ ਸ਼ੁੱਧ ਹੋ ਗਿਆ, ਸਾਡਾ ਮਨ ਪਵਿੱਤਰ ਹੋ ਗਿਆ, ਨਿਰਮਲ ਹੋ ਗਿਆ, ਫਿਰ ਮਹਾਰਾਜ ਕਹਿੰਦੇ ਵੀ ਸਾਨੂੰ ਸਾਰੇ ਹੀ ਪਰਮਾਤਮਾ ਦਾ ਰੂਪ ਨਜ਼ਰ ਆਉਣੇ। ਫਿਰ ਸਾਨੂੰ ਕੋਈ ਵੈਰੀ ਲੱਗਣਾ ਹੀ ਨਹੀਂ, ਸਾਨੂੰ ਕੋਈ ਬੁਰਾ ਲੱਗਣਾ ਹੀ ਨਹੀਂ। ਫਿਰ ਜਿਹਨੂੰ ਵੀ ਦੇਖਾਂਗੇ ਪੇਖੇ ਸਗਲ ਸ੍ਰੇਸ਼ਟ ਸਾਜਣਾ, ਸਾਰੀ ਸ੍ਰੇਸ਼ਟੀ ਹੀ ਸੱਜਣ ਨਜ਼ਰ ਆਉਂਦੀ। ਕਿਉਂਕਿ ਜਿਹੜਾ ਮਾਲਕ ਦਾ ਸੱਜਣ ਬਣ ਗਿਆ, ਮਾਲਕ ਦਾ ਪਿਆਰਾ ਹੋ ਗਿਆ, ਉਹ ਸਭਨਾਂ ਦਾ ਹੀ ਪਿਆਰਾ ਹੈ। ਮਹਾਰਾਜ ਕਹਿੰਦੇ ਜੋ ਹਰਿ ਕਾ ਪਿਆਰਾ ਸੋ ਸਭਨਾਂ ਕਾ ਪਿਆਰਾ। ਬਈ ਜਿਹੜਾ ਮਾਲਕ ਦਾ ਪਿਆਰਾ ਉਹ ਸਾਰਿਆਂ ਦੇ ਨਾਲ ਹੀ ਪਿਆਰ ਕਰਦਾ, ਉਹਦਾ ਕਿਸੇ ਨਾਲ ਕੋਈ ਵੈਰ ਵਿਰੋਧ, ਕੋਈ ਉਹਦਾ ਕਿਸੇ ਨਾਲ ਹੈ ਹੀ ਨਹੀਂ ਹੈ। ਇਸ ਕਰਕੇ ਫਿਰ ਜਦੋਂ ਸਾਡਾ ਮਨ ਸ਼ੁੱਧ ਹੋ ਗਿਆ, ਮਨ ਨਿਰਮਲ ਹੋ ਗਿਆ, ਫਿਰ ਅਸੀਂ ਸਾਰਿਆਂ ਦੇ ਅੰਦਰ ਵੀ ਮਾਲਕ ਦੀ ਜੋਤ ਦੇਖਦੇ ਹਾਂ। ਘਟ ਘਟ ਦੇ ਵਿੱਚ ਫਿਰ ਆਪਾਂ ਨੂੰ ਉਹ ਬ੍ਰਹਮ ਜੋਤ ਹੀ ਮਾਲਕ ਨਜ਼ਰ ਆਉਂਦਾ। ਤੇ ਜਦੋਂ ਬਾਹਰ ਦੇਖਦੇ ਹਾਂ ਉੱਥੇ ਵੀ ਆਪਾਂ ਨੂੰ ਮਾਲਕ ਦਾ ਪ੍ਰਕਾਸ਼ ਹੀ ਨਜ਼ਰ ਆਉਂਦਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਮਨ ਸ਼ੁੱਧ ਹੈ, ਜਿਹੜਾ ਮਨ ਪਵਿੱਤਰ ਨਿਰਮਲ ਹੈ, ਉਹਦੀ ਹੈ ਨਿਸ਼ਾਨੀ। ਫਿਰ ਮਹਾਰਾਜ ਅੱਗੇ ਦੱਸਦੇ ਸੁਖ ਦੁਖ ਜਨ ਸਮਦ੍ਰਿਸ਼ਟਿਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਜਿਹੜੇ ਗੁਰਮੁਖ ਇਸ ਵਾਸਤੇ ਚਲੇ ਗਏ, ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ, ਜਿਹੜੇ ਮਾਲਕ ਨੂੰ ਦੇਖਦੇ, ਉਹਨਾਂ ਨੂੰ ਫਿਰ ਇਹ ਦੁੱਖ ਤੇ ਸੁੱਖ ਇਹ ਦੋਵਾਂ ਨੂੰ ਸਮ ਕਰਕੇ ਚੱਲਦੇ। ਸਮਦ੍ਰਿਸ਼ਟੀ ਹੁੰਦਾ ਵੀ ਜੇ ਦੁੱਖ ਆ ਗਿਆ ਤਾਂ ਵੀ ਕੋਈ ਫਰਕ ਨਹੀਂ, ਜੇ ਸੁੱਖ ਆ ਗਿਆ ਤਾਂ ਵੀ ਕੋਈ ਫਰਕ ਨਹੀਂ। ਸੁੱਖ ਦੁੱਖ ਦੋਨੇ ਉਹਨਾਂ ਗੁਰਮੁਖਾਂ ਨੂੰ ਇੱਕੋ ਜਿਹੇ, ਕਿਉਂਕਿ ਉਹ ਦੋਵਾਂ ਤੋਂ ਹੀ ਉੱਪਰ ਉੱਠ ਜਾਂਦੇ। ਇਸ ਸੰਸਾਰ ਦੇ ਦੁੱਖਾਂ ਸੁੱਖਾਂ ਤੋਂ ਦੋਵਾਂ ਤੋਂ ਉੱਪਰ। ਤੇ ਇਸ ਸੰਸਾਰ ਦੇ ਵਿੱਚ ਫਿਰ ਜਿਨ੍ਹਾਂ ਨੂੰ ਜੀ ਪਾਪ ਪੁੰਨ ਕਹਿੰਦੇ, ਉਹਨਾਂ ਨੂੰ ਕੋਈ ਪਾਪ ਪੁੰਨ ਵੀ ਨਹੀਂ ਲੱਗਦਾ, ਉਹ ਪਾਪ ਪੁੰਨ ਤੋਂ ਵੀ ਉੱਪਰ ਉੱਠ ਜਾਂਦੇ। ਜਿਵੇਂ ਸੰਸਾਰ 'ਚ ਜੀਵ ਦੇਖ ਕੇ ਕਹਿੰਦਾ ਆ ਬੜਾ ਪਾਪ ਕਰਦਾ ਜੀ, ਇਹ ਤਾਂ ਇਹਨੇ ਬੜਾ ਪਾਪ ਕਮਾਇਆ, ਬੜਾ ਮਾੜਾ ਕੰਮ ਕੀਤਾ। ਉਹਨਾਂ ਗੁਰਮੁਖਾਂ ਵਾਸਤੇ ਕੋਈ ਪਾਪ ਨਹੀਂ। ਸੰਸਾਰੀ ਜੀਵ ਕਹਿੰਦੇ ਆ ਬੜਾ ਪੁੰਨ ਕੀਤਾ ਉਹਨਾਂ ਨੇ ਜੀ, ਆ ਬੜਾ ਚੰਗਾ ਕੰਮ ਕੀਤਾ। ਉਹਨਾਂ ਵਾਸਤੇ ਕੋਈ ਪਾਪ ਪੁੰਨ ਹੈ ਹੀ ਨਹੀਂ। ਉਹਨਾਂ ਨੂੰ ਨਾ ਪੁੰਨ ਦੀ ਲੋੜ ਨਾ ਪਾਪ ਦੀ ਲੋੜ, ਉਹ ਦੋਵਾਂ ਤੋਂ ਹੀ ਉੱਪਰ ਉੱਠ ਗਈ। ਇਸ ਵਾਸਤੇ ਫਿਰ ਸਾਰੀ ਅਵਸਥਾ ਸਾਡੇ ਮਨ ਦੀ ਹੁੰਦੀ। ਜਦੋਂ ਮਨ ਸਾਡਾ ਨਾਮ ਦੇ ਨਾਲ ਜੁੜ ਜਾਂਦਾ, ਉਸੇ ਫਿਰ ਇਹ ਸਾਨੂੰ ਨਾ ਸੰਸਾਰ ਦਾ ਦੁੱਖ ਸੁੱਖ ਲੱਗੇ, ਨਾ ਸਾਨੂੰ ਆ ਸੰਸਾਰ ਦਾ ਪਾਪ ਪੁੰਨ ਲੱਗੇ, ਇਹ ਸਭ ਥੱਲੇ ਰਹਿ ਜਾਂਦੇ। ਇਸ ਲਈ ਫਿਰ ਮਹਾਰਾਜ ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿਥੇ ਊਂਘ ਨ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਵੀ ਉਹਨਾਂ ਗੁਰਮੁਖਾਂ ਨੂੰ ਫਿਰ ਦੁੱਖ ਸੁੱਖ ਵਿਆਪਦਾ ਨਹੀਂ, ਉਹਨਾਂ ਨੂੰ ਇੱਕੋ ਜਿਹੀ। ਵੀ ਜੇ ਦੁੱਖ ਆ ਗਿਆ ਉਹਨਾਂ ਨੂੰ ਤਾਂ ਵੀ ਪਤਾ ਵੀ ਆਰਜੀ ਚਲਿਆ ਜਾਣਾ, ਜੇ ਸੁੱਖ ਆ ਗਿਆ ਤਾਂ ਵੀ ਪਤਾ ਆਰਜੀ ਚਲਿਆ ਜਾਣਾ। ਇਸ ਵਾਸਤੇ ਫਿਰ ਇਹ ਮਨ ਦੀ ਅਵਸਥਾ ਹੁੰਦੀ ਹੈ ਵੀ ਚਾਹੇ ਦੁੱਖ ਹੈ, ਦੁੱਖ 'ਚ ਵੀ ਮਾਲਕ ਨੂੰ ਧਿਆਉਣਾ, ਸੁੱਖ 'ਚ ਵੀ ਧਿਆਉਣਾ। ਉਹ ਹਰ ਸਮੇਂ ਮਾਲਕ ਦੇ ਨਾਲ ਜੁੜੇ ਰਹਿੰਦੇ। ਜਿਸ ਨੂੰ ਮਹਾਰਾਜ ਕਹਿੰਦੇ ਦੁੱਖ ਸੁੱਖ ਪਿਆਰੇ ਤੁਧ ਤੇ ਆਈਏ, ਸਮੱਤ ਗੁਰੂ ਤੇ ਪਾਈ। ਵੀ ਇਹ ਸਮੱਤ ਸਾਨੂੰ ਫਿਰ ਗੁਰੂ ਦਿੰਦਾ। ਵੀ ਇਹ ਨਹੀਂ ਵੀ ਅਸੀਂ ਸਿਰਫ ਸੁੱਖ ਵੇਲੇ ਚੇਤੇ ਕਰਨਾ ਜਾਂ ਅਸੀਂ ਦੁੱਖ ਵੇਲੇ ਚੇਤੇ ਕਰਨਾ, ਜਦੋਂ ਮੁਸੀਬਤ ਪੈ ਗਈ ਉਦੋਂ ਚੇਤੇ ਕਰਨ ਲੱਗ ਜਾਈਏ, ਜਦੋਂ ਮੁਸੀਬਤ ਟਲ ਗਈ ਫਿਰ ਹਟ ਜਾਈਏ। ਜਿਹੜੇ ਗੁਰਮੁਖ ਉਹ ਫਿਰ ਦੋਵਾਂ ਨੂੰ ਬਰਾਬਰ ਰੱਖ ਕੇ ਚੱਲਦੇ, ਦੁੱਖ ਵੀ ਸੁੱਖ ਵੀ ਉਹ ਹਰ ਸਮੇਂ ਮਾਲਕ ਨੂੰ ਹੀ ਧਿਆਉਂਦੇ।
ਜਿਸ ਨੂੰ ਮਹਾਰਾਜ ਕਹਿੰਦੇ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਈ। ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਗੁਰਮੁਖ ਕਹਿੰਦੇ ਵੀ ਅਸੀਂ ਦੁੱਖ 'ਚ ਵੀ ਤੈਨੂੰ ਹੀ ਤੇ ਆਉਣਾ, ਸੁੱਖ 'ਚ ਵੀ ਤੈਨੂੰ ਹੀ ਤੇ ਆਉਣਾ। ਜੇ ਭੁੱਖ ਦਵੇਂਗਾ ਤਾਂ ਵੀ ਅਸੀਂ ਤੇਰੀ ਰਜਾ ਦੇ ਵਿੱਚ ਪ੍ਰਸੰਨ ਸੁਖੀ ਹਾਂ। ਇਸ ਵਾਸਤੇ ਫਿਰ ਇਹ ਸਾਡੇ ਮਨ ਦੀ ਅਵਸਥਾ ਬਣ ਜਾਂਦੀ। ਹੁਣ ਇਹ ਅਵਸਥਾ ਤੱਕ ਪਹੁੰਚਣ ਵਾਸਤੇ ਆਓ ਜੋ ਮਹਾਰਾਜ ਆਪਾਂ ਨੂੰ ਇਹ ਸਾਸਕ ਰਸ ਸਿਮਨ ਦੱਸਦੇ ਨੇ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਮੁਖ ਹੁਣ ਆਪਾਂ ਅਭਿਆਸ ਬਹਿੰਦੇ ਉੱਠਦੇ ਕੰਮ ਕਰਦੇ ਇਹ ਆਪਾਂ ਕੀਤੀ ਜਾਣਾ। ਜਿਉਂ-ਜਿਉਂ ਇਹ ਆਪਾਂ ਮਾਲਕ ਦੇ ਗੁਣ ਗਾਉਂਦੇ ਹਾਂ, ਸਿਮਰਨ ਕਰਦੇ ਹਾਂ, ਜਿਹੜੀ ਸਾਡੇ ਮਨ 'ਚ ਇੱਧਰ ਮੈਲ ਲੱਗਦੀ ਵਿਚਾਰਾਂ ਦੀ, ਸੰਸ਼ੇ ਫਿਕਰਾਂ ਦੀ, ਚਿੰਤਾਵਾਂ ਦੀ, ਇਹ ਮਨ ਦੀ ਮੈਲ ਧੋਣ ਦਾ ਤਰੀਕਾ। ਮਹਾਰਾਜ ਕਹਿੰਦੇ ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਔਗਣ ਮੇਰੇ। ਕਿ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਸਾਡਾ ਮਨ ਹੈ ਜਿਹੜਾ ਇਹਦੀ ਮਨ ਦੀ ਮੈਲ ਨਾਲ ਦੀ ਨਾਲ ਉਤਰਦੀ ਜਾਏਗੀ। ਸੋ ਬਾਕੀ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਨਾਲ ਵਿਚਾਰਨਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਸਾਨੂੰ ਸਮਝ ਲੱਗੇ ਅਤੇ ਵਾਚੋ ਵਾਦੇ ਆਪਾਂ ਸੰਗਤ ਕਰਨੀ। ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਉਹਨਾਂ ਨੇ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਭੇਤ ਦਿੱਤਾ, ਉਸੇ ਭੇਤ ਨੂੰ ਆਪਾਂ ਵਾਰ-ਵਾਰ ਇਹ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਨੂੰ ਪੂਰਾ ਦ੍ਰਿੜ ਹੋ ਜੇ, ਸਾਨੂੰ ਵਿਸਰੇ ਨਾ, ਭੁੱਲੇ ਨਾ, ਸਾਡੇ ਮਨਾਂ ਦੇ ਵਿੱਚ ਹਿਰਦਿਆਂ 'ਚ ਵਸ ਜੇ। ਜੇ ਉਪਦੇਸ਼ ਸਾਡੇ ਮਨ 'ਚ ਵਸ ਜੇਗਾ ਤੇ ਆਪਣਾ ਜੀਵਨ ਬੜਾ ਸੌਖਾ ਤੇ ਸਫਲ ਹੋ ਜਾਏਗਾ। ਇਹ ਜੋ ਸੰਸਾਰ 'ਚ ਜੀਵ ਦੁਖੀ ਨੇ, ਜੋ ਸਾਡੇ ਮਨਾਂ 'ਚ ਕਲੇਸ਼, ਪਰਿਵਾਰਾਂ 'ਚ ਕਲੇਸ਼, ਸਮਾਜ 'ਚ ਕਲੇਸ਼ ਹੈ, ਜੇ ਆਪਾਂ ਗਿਆਨ ਹਿਰਦੇ 'ਚ ਵਸਾਲਾਂਗੇ ਆਪਦਾ ਤਾਂ ਆਪਾਂ ਕਲੇਸ਼ ਮਿਟਾਈ ਲਵਾਂਗੇ। ਮਿਟ ਤਾਂ ਸਾਰਿਆਂ ਦਾ ਹੀ ਸਕਦਾ ਹੈ, ਪਰ ਜੇ ਉਹ ਸਿਮਰਨ ਕਰਨ, ਜਿਹੜਾ ਸੰਗਤ ਕਰੇਗਾ, ਸਿਮਰਨ ਕਰੇਗਾ, ਉਹਦਾ ਮਿਟ ਜੇਗਾ।
जे हुण वो नहीं करनगे उन्हां दा तां मिटना नहीं। इस वास्ते हुण आपां आपदा तां मटाईए, क्योंकि आपो अपना सब दा खेल है जिहड़ा आपो अपना। कल्ले आप इथों आए हैं, कल्लियां नहीं असीं वापस जाना। ये नहीं भी साडा हिसाब किसी ने होर देना, चाहे अपने माँ प्यो ने, धीआं पुत्तर ने, परिवार दे मैंबर, ये सब दा आपो अपना। सिर्फ साडे संजोग ने पिछले जन्मां दे, पर जिहड़ा खेल आपो अपना, हिसाब आपो अपना ही देना, कोई किसी ने किसी दा होर नहीं देना है। इस करके आपां फिर आपदा आपा तां सवारीए, आपां आपदा आपा तां बदलीए। सो इस वास्ते आपां आपदे वास्ते करना अभ्यास, संगत करनी आपदे वास्ते, इहदे च साडा अपना भला है। इस वास्ते हुण ये आपां मन दा भला करना, जिस नूं महाराज कहंदे फरीदा बुरे दा भला कर, गुस्सा मरना हंडाई दे ही रोग न लगी, पल्ले सब कुछ पाए। कि जो ये साडा मन विचारां च मैला हो जांदा, बुरा हो जांदा, ये बुरे दा हुण असीं भला करना, आपदा आपां ही भला करना है। ते ओह करना सिमरन करके, संगत करके। सो इन्नियां बेनतियां, इन्ने विचार करदे होए जे कोई ऐसा शब्द बोलिया गया होवे संगत अते सतगुरु बख्शण जोग ने बख्श लेना जी। वाहिगुरु जी का खालसा, वाहिगुरु जी की फतेह। वाहिगुरु 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 वाहिगुरु। वाहिगुरु जी का खालसा, वाहिगुरु जी की